ਅੱਜ ਇੱਕ ਹਸਪਤਾਲ ਦੇ ਵਿੱਚ ਪਹੁੰਚੇ ਹਾਂ, ਈਵਾ ਹਸਪੀਟਲ ਦੇ ਵਿੱਚ ਪਹੁੰਚੇ ਹਾਂ, ਜਿੱਥੇ ਲੋਕ ਆਂਦੇ ਤਾਂ ਵੀਲ ਚੇਅਰ ਤੇ ਨੇ ਪਰ ਜਾਂਦੇ ਜਿਹੜੇ ਨੇ ਭੰਗੜੇ ਪਾ ਕੇ ਜਾਂਦੇ ਆ। We have access to the best of technology। ਸਾਡੇ ਕੋਲ ਸਾਰੇ ਅੱਛੀ ਕੰਪਨੀਆਂ ਦੇ ਅੱਛੇ ਇੰਪਲਾਂਟਸ, ਪੂਰਾ ਪੋਰਟਫੋਲੀਓ ਇੱਥੇ ਮੌਜੂਦ ਹੈ। ਜਿਹੜੀ ਟ੍ਰੀਟਮੈਂਟ ਅੱਜ ਮੈਂ ਆਪਣੇ ਪੇਸ਼ੈਂਟਸ ਨੂੰ ਆਫਰ ਕਰ ਸਕਦਾ, ਉਹੀ ਟ੍ਰੀਟਮੈਂਟ ਅਮਰੀਕਾ ਦੇ ਵਿੱਚ ਕੋਈ ਵੀ ਆਰਥੋਪੈਡਿਕ ਸਰਜਨ ਆਪਣੇ ਪੇਸ਼ੈਂਟ ਨੂੰ ਆਫਰ ਕਰਦਾ। ਜੁਆਇੰਟ ਰਿਪਲੇਸਮੈਂਟ ਇੱਕ ਐਸਾ ਪ੍ਰੋਸੀਜਰ ਹੈ ਜੋ ਕਿ ਹੁਣ ਨਾਓ ਇਨ ਟੂਡੇਜ਼ ਟਾਈਮ, ਅੱਜ ਦੇ ਐਰਾ ਦੇ ਵਿੱਚ ਲਾਰਜਲੀ ਸਕਸੈਸਫੁਲ ਪ੍ਰੋਸੀਜਰ ਹੈ। ਨੌਜਵਾਨ ਨਾ ਜਿਮਿੰਗ ਕਰਦੇ ਆ, ਜਿਮ 'ਚ ਜਾਂਦੇ ਨੇ ਤਾਂ ਟ੍ਰੈਡਮਿਲ ਬਹੁਤ ਜ਼ਿਆਦਾ ਯੂਜ਼ ਕਰਦੇ ਨੇ। ਟ੍ਰੈਡਮਿਲ ਯੂਜ਼ ਕਰ ਲਿਆ, ਸਕੈਟਸ ਐਕਸਰਸਾਈਜ਼ ਵੀ ਲਾ ਲਈ ਲੈਗਸ ਦੇ ਵਾਸਤੇ। ਕਿ ਉਸ ਦਾ ਕੋਈ ਨੁਕਸਾਨ ਸਿੱਧੇ ਤੌਰ ਤੇ ਮੈਂ ਕਹਿ ਸਕਦਾ ਵੀ ਸਿੱਧਾ ਹਿੱਟ ਕਰਦੇ ਨੇ ਉਹ ਜੁਆਇੰਟਸ ਨੂੰ। ਰਨਿੰਗ ਫॉर ਪ੍ਰੋਲੋਂਗਡ ਪੀਰੀਅਡ ਆਫ ਟਾਈਮ ਜੁਆਇੰਟਸ ਨੂੰ ਸ਼ੌਕ ਦਿੰਦਾ ਹੈ, ਜੋ ਕਿ ਇੱਕ ਨੈਚੁਰਲ ਰਨਿੰਗ ਗਰਾਊਂਡ ਦੇ ਉੱਪਰ ਕਰਨੀ ਜ਼ਿਆਦਾ ਸੇਫ ਹੈ। ਪਰ ਜਿਮ 'ਚ ਜਦੋਂ ਅਸੀਂ ਜਾਂਦੇ ਹਾਂ ਸਿੱਧਾ ਹੀ ਜਾ ਕੇ 10 ਦਾ ਬਟਨ ਦਬਾਉਂਦੇ ਜੀ, that is a mistake। 10 ਦਾ ਉਸ ਤੋਂ ਬਾਅਦ 15 ਤੇ ਜਾਂਦੇ ਆ। That is a mistake right there। ਬਹੁਤ ਸਾਰੀਆਂ ਤਕਲੀਫਾਂ ਇਸ ਕਰਕੇ ਹੋ ਜਾਂਦੀਆਂ ਨੇ ਕਿਉਂਕਿ ਅਸੀਂ ਐਡਿਕੁਏਟ ਵਾਰਮ ਅਪ ਨਹੀਂ ਕਰਦੇ, ਐਕਸਰਸਾਈਜ਼ ਨੂੰ ਓਵਰਡੂ ਕਰਦੇ ਹਾਂ, ਇੱਕ ਦਿਨ 'ਚ ਪਤਲਾ ਹੋਣ ਦੀ ਕੋਸ਼ਿਸ਼ ਕਰਦੇ ਹਾਂ, ਇੱਕ ਦਿਨ 'ਚ ਫਿਟਨੈਸ ਪਾਉਣ ਦੀ ਕੋਸ਼ਿਸ਼ ਕਰਦੇ ਹਾਂ, ਜੋ ਕਿ ਪੋਸੀਬਲ ਨਹੀਂ। ਤੇ ਇਹ ਸਾਰਾ ਕੁਝ ਕਰਨ ਤੋਂ ਬਾਅਦ ਵੀ ਐਡਿਕੁਏਟ ਕੂਲ ਡਾਊਨ ਜਾਂ ਸਟ੍ਰੈਚਿੰਗ ਨਹੀਂ ਕਰਦੇ। ਤੁਸੀਂ ਕਿਸੇ ਨੂੰ ਵੀ ਦੇਖਿਆ ਹੋਵੇ ਵਾਰਮ ਅਪ ਹੁੰਦਾ 1-2 ਮਿੰਟ 3 ਮਿੰਟ 2 ਬਾਹਾਂ ਹਿਲਾਈਆਂ ਇਸ ਤਰ੍ਹਾਂ ਕੀਤਾ ਤੇ ਟ੍ਰੈਡਮਿਲ ਦੇ ਉੱਪਰ, that is the wrong way to do it। adequate warm up number 1 should be minimum for 15 minutes। 15 ਮਿੰਟ ਕਮ ਸੇ ਕਮ ਵਾਰਮ ਅਪ ਚਾਹੀਦਾ ਹੈ। ਤੇ ਵਾਰਮ ਅਪ ਦੇ ਵਿੱਚ ਲਾਈਟ ਸਾਈਕਲਿੰਗ is a good joint mobilization exercise। stretching ਕਦੀ ਵੀ ਵਾਰਮ ਅਪ ਦਾ ਪਾਰਟ ਨਹੀਂ ਹੋਣਾ ਚਾਹੀਦਾ। stretching should always be done after the exercise because stretching ਕਰਨ ਦੇ ਨਾਲ ਐਕਸਰਸਾਈਜ਼ ਕਰਨ ਤੋਂ ਪਹਿਲਾਂ ਇੰਜਰੀਜ਼ ਜ਼ਿਆਦਾ ਹੋਣ ਦਾ ਚਾਂਸ ਵੱਧ ਜਾਂਦਾ ਹੈ। ਲੈਗਸ ਦੇ ਮਸਲਸ ਨੂੰ ਬਿਲਡ ਕਰਨ ਦੇ ਨਾਲ ਨੀਜ਼ ਦੇ ਉੱਪਰ ਨੀਜ਼ ਦੀ ਸੇਫਟੀ ਵੱਧਦੀ ਹੈ। ਸੋ ਐਨੀ ਐਕਸਰਸਾਈਜ਼ ਵਿਚ ਇਜ਼ ਬਿਲਡਿੰਗ ਮਸਲ ਸਟਰੈਂਥ, ਜਿਹੜੀ ਵੀ ਕਿਸੇ ਐਕਸਰਸਾਈਜ਼ ਦੇ ਨਾਲ ਅਸੀਂ ਆਪਣਾ ਮਸਲ ਸਟਰੋਂਗ ਕਰ ਰਹੇ ਹਾਂ, ਉਹ ਸਾਡੇ ਜੁਆਇੰਟਸ ਨੂੰ ਪ੍ਰੋਟੈਕਟ ਕਰੇਗੀ। ਜਦੋਂ ਜੁਆਇੰਟਸ ਦੀ ਪ੍ਰੋਟੈਕਸ਼ਨ ਵਧੇਗੀ, ਜ਼ਾਹਿਰ ਜੀ ਗੱਲ ਹੈ ਉਹਦੀ ਲਾਈਫ ਵਧੇਗੀ। ਜਦੋਂ ਐਕਸਰਸਾਈਜ਼ ਬੰਦਾ ਲਗਾ ਚੁੱਕਿਆ ਹੁੰਦਾ ਹੈ, ਸੈੱਟ ਤੋਂ ਬਾਅਦ 8 ਰੈਪੀਟੀਸ਼ਨਸ ਤੋਂ ਬਾਅਦ ਥੱਕ ਜਾਂਦੇ ਆ। ਜਦੋਂ ਸੈੱਟ ਖਤਮ ਹੋਣ ਤੋਂ ਬਾਅਦ ਵੇਟ ਨੂੰ ਵਾਪਸ ਰੱਖਣਾ ਹੁੰਦਾ ਹੈ, ਉਸ ਟਾਈਮ ਤੇ ਚੁੱਕ ਪੈਂਦੀ ਹੈ, ਉਸ ਟਾਈਮ ਤੇ ਗੋਡੇ ਨੂੰ ਸੱਟ ਲੱਗਦੀ ਹੈ, ਉਸ ਟਾਈਮ ਤੇ ਬੈਕ ਦੇ ਵਿੱਚ ਕੋਈ ਇੰਜਰੀ ਹੁੰਦੀ ਹੈ। ਕਈ ਵਾਰੀ ਵੇਟ ਐਵੇਂ ਹੀ ਲਾਉਂਦੇ ਸੁੱਟਤਾ, ਉਹ ਉੱਥੇ ਜਾ ਕੇ ਇੰਜਰੀ ਹੋਣੀ ਹੈ। ਉੱਥੇ ਜਾ ਕੇ ਇੰਜਰੀ ਹੋਣੀ ਹੈ ਟੁਵਰਡਸ ਦੀ ਐਂਡ ਆਫ ਯਰ ਐਕਸਰਸਾਈਜ਼। ਗਰੀਸ ਅਸਲ ਦੇ ਵਿੱਚ ਹੁੰਦਾ ਕੀ ਹੈ, ਤੇ ਦੂਜੀ ਗੱਲ ਮੈਂ ਇਹ ਵੀ ਕਹਾਂਗਾ ਵੀ ਕਿ ਨੈਚੁਰਲ ਦੀ ਬਜਾਏ ਜਦੋਂ ਖਤਮ ਹੋ ਜਾਂਦੀ ਹੈ, ਅਨਨੈਚੁਰਲ ਵੇ ਨਾਲ ਵੀ ਗਰੀਸ ਜਿਹੜੀ ਆ ਬਣ ਸਕਦੀ ਹੈ। ਬਲੱਡ ਪ੍ਰੈਸ਼ਰ ਪੇਸ਼ੈਂਟ ਨੂੰ, ਸ਼ੂਗਰ ਪੇਸ਼ੈਂਟ ਨੂੰ ਚੱਲਣਾ, ਸੈਰ ਕਰਨਾ ਜ਼ਰੂਰੀ ਹੈ। ਉਹ ਤਾਂ ਹੀ ਚੱਲ ਪਾਏਗਾ, ਤਾਂ ਹੀ ਸੈਰ ਕਰ ਪਾਏਗਾ ਜੋ ਉਹਦੇ ਗੋਡੇ ਉਹਨੂੰ ਅਲਾਉ ਕਰਨਗੇ। ਜੇ ਨੀ ਦੇ ਵਿੱਚ ਆਰਥਰਾਈਟਿਸ ਇੰਨਾ ਹੈ, ਜੇ ਲੱਤਾਂ ਟੇਢੀਆਂ ਨੇ ਕਿ ਮਰੀਜ਼ 10 ਕਦਮ ਵੀ ਚੱਲ ਨਹੀਂ ਸਕਦਾ, ਤੇ ਸ਼ੂਗਰ ਦਾ ਡਾਕਟਰ ਕਹਿੰਦਾ ਸੈਰ ਜ਼ਰੂਰ ਕਰੋ, ਤੇ ਉਹ ਕਿਵੇਂ ਕਰੇਗਾ? ਅਸੀਂ ਕੀ ਫਿਜ਼ੀਓਥੈਰੇਪੀ ਕਰਾਣੀ ਹੈ, ਅਸੀਂ ਕਿਸ ਤਰ੍ਹਾਂ ਦਾ ਪ੍ਰੋਟੋਕੋਲ ਫੋਲੋ ਕਰਨਾ ਜਿਹਦੇ ਨਾਲ ਮਰੀਜ਼ ਅਗਲੇ ਦਿਨ ਖੜਾ ਹੋ ਸਕੇ, ਮਰੀਜ਼ ਆਪ ਟਾਇਲਟ ਜਾ ਸਕੇ। ਇਸ ਤਰ੍ਹਾਂ ਦੀ ਚੀਜ਼ ਜਿਸ ਤਰ੍ਹਾਂ ਉਹ ਪੇਸ਼ੈਂਟ ਫੋਲੋ ਕਰਦਾ ਰਹੇਗਾ, ਪੇਸ਼ੈਂਟ ਦੀ ਰਿਕਵਰੀ ਇੱਕ ਸਟ੍ਰੀਮਲਾਈਨ ਦੇ ਉੱਪਰ, ਇੱਕ ਫਿਕਸ ਟਾਈਮਲਾਈਨ ਦੇ ਉੱਪਰ ਹੁੰਦੀ ਰਹੇਗੀ। ਵਿਦਾਊਟ ਐਕਸੈਪਸ਼ਨ, ਚਾਹੇ ਉਹ ਜੈਂਟਸ ਹੈ, ਚਾਹੇ ਲੇਡੀਜ਼ ਹੈ, ਚਾਹੇ ਏਜ 50 ਸਾਲ ਦੀ ਹੈ, 55 ਜਾਂ 70 ਸਾਲ ਦੀ, ਮਰੀਜ਼ ਨੇ ਆਪ ਖੜੇ ਹੋ ਕੇ ਟਾਇਲਟ ਜਾਣਾ ਹੈ, ਅਗਲੇ ਦਿਨ ਤੋਂ ਫਿਜ਼ੀਓਥੈਰੇਪੀ ਸਟਾਰਟ ਹੋ ਜਾਣੀ ਹੈ। ਗਠੀਏ ਦੇ ਕਰਕੇ ਉਹਦੇ ਦੋਨੋਂ ਗੋਡੇ ਪੂਰੀ ਤਰ੍ਹਾਂ ਖਰਾਬ ਹੋ ਚੁੱਕੇ ਸੀ, ਟਿਸ਼ੂਜ਼ ਕੰਟਰੈਕਟ ਹੋ ਚੁੱਕੇ ਸੀ, ਉਹ ਖੜੀ ਵੀ ਨਹੀਂ ਸੀ ਹੋ ਪਾਉਂਦੀ ਕਈ ਸਾਲਾਂ ਤੋਂ। ਉਹਦੇ ਇੱਕ ਗੋਡੇ ਦਾ ਆਪਰੇਸ਼ਨ ਹੋਇਆ, ਫਿਰ ਕੁਝ ਮਹੀਨਿਆਂ ਬਾਅਦ ਉਸੇ ਦੂਸਰੇ ਗੋਡੇ ਦਾ ਆਪਰੇਸ਼ਨ ਹੋਇਆ। ਹੁਣ ਉਹ ਟੋਟਲੀ ਇੰਡੀਪੈਂਡੈਂਟ ਹੈ, ਆਪ ਚੱਲ ਸਕਦੀ ਹੈ, ਪੇਨ ਫਰੀ ਹੈ, ਆਪਣੇ ਘਰ ਦਾ ਸਾਰਾ ਕੰਮ ਕਰਦੀ ਹੈ। ਸੋ ਉਹਨਾਂ ਦੇ ਵਿੱਚੋਂ ਇੱਕ ਪੇਸ਼ੈਂਟ ਮਿਸਿਸ ਅਮਨਦੀਪ ਕੌਰ ਵੀ ਸੀਗੇ, ਆਪਣੇ ਬੱਚਿਆਂ ਦੇ ਨਾਲ ਸਾਡੇ ਫੰਕਸ਼ਨ 'ਚ ਸ਼ਰੀਕ ਹੋਏ, ਸਾਡੇ ਸਾਰਿਆਂ ਦੇ ਵਿੱਚ ਰਹਿ ਕੇ ਭੰਗੜੇ ਪਾਏ, ਸਾਡੇ ਸਾਰਿਆਂ ਦੇ ਨਾਲ ਖੜੇ ਹੋ ਕੇ ਉਹਨਾਂ ਨੇ ਰੂਬਰੂ ਆਪਣੀ ਐਕਸਪੀਰੀਅੰਸ ਆਪਣੇ ਮੂੰਹ ਹੀ ਦੱਸਿਆ। ਮੇਰੇ ਤੇ ਇੰਨੀ ਜ਼ਿਆਦਾ ਪ੍ਰੋਬਲਮ ਸੀ, ਇੰਨੀ ਜ਼ਿਆਦਾ ਕਿ ਮੈਂ ਖੁਦ ਨਹੀਂ ਸੀ ਮੈਨੂੰ ਪਤਾ ਲੱਗਦਾ ਹੁੰਦਾ ਕਿ ਮੈਂ ਪਾਣੀ ਦਾ ਗਲਾਸ ਵੀ ਕਿੱਦਾਂ ਲੈ ਕੇ ਪੀਣਾ। ਕਈ ਵਾਰੀ ਇੱਦਾਂ ਹੋ ਜਾਂਦਾ ਸੀ ਕਿ ਮੈਨੂੰ ਇਹ ਨਹੀਂ ਸੀ ਹੁੰਦਾ ਕਿ ਮੈਂ ਖਾਣਾ ਵੀ ਲੈ ਕੇ ਖਾ ਸਕਦੀ ਹਾਂ ਕਿ ਨਹੀਂ।
ਮੈਂ ਇੰਨੀ ਜ਼ਿਆਦਾ ਥੈਂਕਸਫੁਲ ਹਾਂ ਸਰ ਦੀ, ਇੰਨੀ ਜ਼ਿਆਦਾ ਕਿ ਮੈਂ ਦੱਸ ਨਹੀਂ ਸਕਦੀ। ਸਾਡੇ ਕੋਲ ਜਿਹੜੇ ਸਭ ਤੋਂ 올ਡ ਏਜ ਦੇ ਪੇਸ਼ੈਂਟ ਸੀ ਉਹਨਾਂ ਦੀ ਉਮਰ 92 ਸਾਲ ਸੀ, 92 ਇਅਰਸ। ਉਹਨਾਂ ਨੇ ਸਾਰੇ ਪੇਸ਼ੈਂਟਸ ਦੇ ਨਾਲ ਖੜੇ ਹੋ ਕੇ ਰੈਂਪ ਵਾਕ ਵੀ ਕੀਤੀ, ਭੰਗੜਾ ਵੀ ਪਾਇਆ, ਗਾਣਾ ਵੀ ਗਾਇਆ। ਉਹਨਾਂ ਦਾ ਅਸੀਂ ਤੁਹਾਨੂੰ ਦ੍ਰਿਸ਼ ਵੀ ਦਿਖਾਵਾਂਗੇ। ਐਂਡ ਏਜ ਇਜ਼ ਜਸਟ ਅ ਨੰਬਰ। ਜੇ ਮੈਡੀਕਲ ਫਿਟਨੈਸ ਹੈ, ਜੇ ਹਾਰਟ ਤੁਹਾਡਾ ਸਾਥ ਦਿੰਦਾ ਹੈ, ਜੇ ਬਲੱਡ ਦੀਆਂ ਰਿਪੋਰਟਸ ਨਾਰਮਲ ਨੇ, ਤੇ ਕਿਸੇ ਵੀ ਉਮਰ ਦੇ ਵਿੱਚ ਆਪਰੇਸ਼ਨ ਪੋਸੀਬਲ ਹੈ। 92 ਸਾਲ ਦੀ ਉਮਰ ਦਾ ਆਪਰੇਸ਼ਨ, ਦੋਨੋਂ ਗੋਡਿਆਂ ਦਾ ਆਪਰੇਸ਼ਨ ਮੈਂ ਆਪਣੇ ਆਪ ਆਪਣੇ ਹੱਥੀਂ ਇਸ ਹਸਪੀਟਲ ਦੇ ਵਿੱਚ ਤਾਂ ਜਿਵੇਂ ਕਿ ਨਾ ਲੋਕੀ ਕਹਿੰਦੇ ਹੁੰਦੇ ਸਨ ਵੀ ਪਹਿਲਾਂ ਤਾਂ ਪੈਸੇ ਬੜੇ ਲਾਣੇ ਪੈਣਗੇ, ਫਿਰ 5 ਸਾਲ ਹੀ ਗੋਡੇ ਚੱਲਣੇ ਆ, ਦੁਬਾਰਾ ਉੱਦਾਂ ਸਭ ਕੁਝ ਹੋ ਨਹੀਂ ਪਾਣਾ। ਲਾਈਫ ਪੀਰੀਅਡ ਕੀ ਹੈ? ਸਾਡੀ ਜਿਹੜੀ ਟ੍ਰੇਨਿੰਗ ਹੈ, ਸੋ ਆਈ ਹੈਵ ਬੀਨ ਲੱਕੀ ਟੂ ਹੈਵ ਟ੍ਰੇਨਡ ਇਨ ਮੇਰੀ MCH ਔਰਥ ਐਡਨਬਰਾ ਦੀ ਹੈ, UK ਦੀ। ਉਸ ਤੋਂ ਬਾਅਦ ਮੈਂ ਫੈਲੋਸ਼ਿਪ ਕਰਨ ਜਰਮਨੀ ਹੋਰ ਕਈ ਦੇਸ਼ਾਂ ਦੇ ਵਿੱਚ ਗਿਆ, ਉੱਥੋਂ ਸਿੱਖ ਕੇ ਆਏ ਇੰਪਲਾਂਟਸ ਕਿਸ ਤਰ੍ਹਾਂ ਯੂਜ਼ ਕਰਨੇ ਨੇ। ਟ੍ਰੇਨਿੰਗ ਦੇ ਵਿੱਚ ਇਹ ਸਿਖਾਇਆ ਗਿਆ ਕਿ ਕਿਹੜੇ ਪ੍ਰੋਟੋਕੋਲ ਦੇ ਨਾਲ ਪੇਸ਼ੈਂਟ ਦੀ ਰਿਕਵਰੀ ਦੇ ਵਿੱਚ ਹੈਲਪ ਕਰਨ ਦੇ ਲਈ ਕਿਹੜੇ ਦਿਨ ਫਿਜ਼ੀਓਥੈਰੇਪੀ ਕਰਨੀ ਹੈ, ਕਿਸ ਤਰ੍ਹਾਂ ਕਰਨੀ ਹੈ, ਕਿੰਨਾ ਗੋਡਾ ਮੋੜਨਾ ਹੈ, ਕਦੋਂ ਮੋੜਨਾ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਜਿਹੜੀ ਸਾਰੀ ਟੀਚਿੰਗ ਹੈ, ਸਾਨੂੰ ਵੈਸਟ ਜ਼ਿਆਦਾ ਸਿਖਾਉਂਦਾ ਬਿਕੋਜ਼ ਉੱਥੇ ਰਿਸਰਚ ਜ਼ਿਆਦਾ ਹੈ। ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਵਰਜੋਤ ਸਿੰਘ। ਸਾਡੀ ਜੀਵਨ ਸ਼ੈਲੀ ਬਦਲ ਗਈ ਹੈ, ਜਿਸ ਕਰਕੇ ਲਗਾਤਾਰ ਬਿਮਾਰੀਆਂ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ। ਹੁਣ ਵਾਧਾ ਹੁੰਦਾ ਜਾ ਰਿਹਾ ਤਾਂ ਲੋਕਾਂ ਵਿੱਚ ਅਕਸਰ ਤੁਸੀਂ ਸੁਣਿਆ ਹੋਵੇਗਾ ਵੀ ਲੋਕ ਕਹਿੰਦੇ ਨੇ ਸਾਡੀ ਗੋਡੇ ਦੀ ਗਰੀਸ ਮੁੱਕ ਗਈ, ਸਾਡੇ ਗੋਡੇ ਖਰਾਬ ਹੋ ਗਏ। ਜੁਆਇੰਟਸ ਨੂੰ ਲੈ ਕੇ ਬਿਮਾਰੀਆਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ ਤੇ ਗੱਲ ਇੱਥੇ ਤੱਕ ਆਪਰੇਸ਼ਨ ਤੱਕ ਪਹੁੰਚ ਜਾਂਦੀ ਹੈ। ਪਰ ਆਪਰੇਸ਼ਨ ਤੋਂ ਲੋਕੀ ਡਰਦੇ ਬਹੁਤ ਹੈ। ਜਦੋਂ ਡਾਕਟਰਸ ਕਹਿ ਦਿੰਦੇ ਆ ਵੀ ਹੁਣ ਤੁਹਾਨੂੰ ਆਪਰੇਸ਼ਨ ਕਰਾਉਣਾ ਪਊਗਾ ਤਾਂ ਲੋਕਾਂ ਨੂੰ ਤਾਂ ਇਹ ਲੱਗਦਾ ਵੀ ਸਾਡੇ ਗੋਡੇ ਤਾਂ ਹੁਣ ਖਤਮ ਹੋ ਗਏ, ਹੁਣ ਦੁਬਾਰਾ ਅਸੀਂ ਉਸ ਤਰੀਕੇ ਨਾਲ ਜਿੱਦਾਂ ਜਵਾਨੀ ਦੇ ਵਿੱਚ ਚੱਲਦੇ ਸੀ, ਜਿੱਦਾਂ ਜਵਾਨੀ ਦੇ ਵਿੱਚ ਭੰਗੜੇ ਪਾਉਂਦੇ ਸੀ, ਉੱਦਾਂ ਨਹੀਂ ਪਾ ਪਾਵਾਂਗੇ। ਪਰ ਤੁਹਾਨੂੰ ਦੱਸ ਦਈਏ, ਅੱਜ ਇੱਕ ਹਸਪਤਾਲ ਦੇ ਵਿੱਚ ਪਹੁੰਚੇ ਆ, ਈਵਾ ਹਸਪੀਟਲ ਦੇ ਵਿੱਚ ਪਹੁੰਚੇ ਆ, ਜਿੱਥੇ ਲੋਕ ਆਂਦੇ ਤਾਂ ਵੀਲ ਚੇਅਰ ਤੇ ਨੇ ਪਰ ਜਾਂਦੇ ਜਿਹੜੇ ਨੇ ਭੰਗੜੇ ਪਾ ਕੇ ਜਾਂਦੇ ਆ। ਜ਼ਰੂਰ ਤੁਹਾਨੂੰ ਸੁਣ ਕੇ ਇੱਕ ਵਾਰੀ ਤੁਸੀਂ ਕਹੋਗੇ ਵੀ ਅਸੀਂ ਸ਼ਾਇਦ ਐਵੇਂ ਹੀ ਗੱਲ ਕਰ ਰਹੇ ਹਾਂ, ਪਰ ਇਹ ਸੱਚ ਵੀ ਸਾਬਤ ਹੋਈ ਹੈ। ਤਾਂ ਹੁਣ ਗੱਲਬਾਤ ਕਰਾਂਗੇ ਜਿਹੜੇ ਡਾਕਟਰ ਇਹ ਸਭ ਕੁਝ ਕਰਦੇ ਨੇ, ਕੀ ਟੈਕਨੋਲੋਜੀ ਵਰਤੀ ਜਾਂਦੀ ਹੈ, ਤਾਂ ਅੱਜ ਜਿਹੜੇ ਸਾਰੇ ਮਿੱਥ ਨੇ ਉਹ ਵੀ ਟੁੱਟ ਜਾਣਗੇ। ਜਿਵੇਂ ਲੋਕ ਕਹਿੰਦੇ ਸੀਗੇ ਵੀ ਗੋਡੇ ਪਵਾ ਲਓ, ਉਹ ਤਾਂ 5-6 ਸਾਲ ਹੀ ਚੱਲਦੇ ਆ, ਤਾਂ ਕਿੰਨੀ ਉਹਦੀ ਏਜ ਹੈ। ਅੱਜ ਇੱਕ ਗੱਲ ਤੇ ਇਹਨਾਂ ਨਾਲ ਇੱਕ ਸਵਾਲ ਤੇ ਇਹਨਾਂ ਨਾਲ ਗੱਲਬਾਤ ਕਰਾਂਗੇ। ਇਹਨਾਂ ਤੋਂ ਪੁੱਛਾਂਗੇ ਵੀ ਕੀ ਕੋਈ ਹੋਰ ਵੀ ਇਲਾਜ ਹੈ, ਕੋਈ ਆਪਰੇਸ਼ਨ ਤੋਂ ਇਲਾਵਾ ਵੀ ਕੋਈ ਇਲਾਜ ਹੈ ਜਾਂ ਨਹੀਂ ਹੈ। ਤਾਂ ਸਾਡੇ ਨਾਲ ਜੁਆਇੰਟ ਸਪੈਸ਼ਲਿਸਟ ਤਨਵੀਰ ਸਿੰਘ ਭੁਟਾਣੀ ਮੌਜੂਦ ਨੇ, ਜੋ ਕਿ ਗੋਲਡ ਮੈਡਲਿਸਟ ਹੈ। ਅਤੇ ਗੋਲਡ ਮੈਡਲ ਕਿਹਦੇ ਤੋਂ ਲਿਆ? ਸਾਡੇ ਸਾਬਕਾ ਜੋ ਪ੍ਰੈਜ਼ੀਡੈਂਟ ਸਨ APJ ਅਬਦੁਲ ਕਲਾਮ। ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਡੇਲੀ ਪੋਸਟ ਤੇ। ਧੰਨਵਾਦ ਜੀ, ਮੈਂ ਤੁਹਾਡਾ ਇੱਥੇ ਆਉਣ ਤੇ ਧੰਨਵਾਦ ਕਰਦਾ ਤੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਕਿ ਨਾ ਮੈਂ ਸ਼ੁਰੂਆਤ 'ਚ ਹੀ ਗੱਲ ਕਹੀ ਆ ਜੀ, ਗੋਡੇ ਬਦਲਵਾਣਾ ਜੀ, ਡਰ ਜਾਂਦੇ ਆ ਸੁਣ ਕੇ। ਜੀ, ਮੈਂ ਵੀ ਸੁਣਦਾ ਨਾ, ਤਾਂ ਗੋਡੇ ਬਦਲਵਾਣਾ ਯਾਰ, ਹੁਣ ਜਵਾਨ ਆ, ਜੇ ਕਿਸੇ ਬਜ਼ੁਰਗ ਦਾ ਵੀ ਸੁਣਦੇ ਆ ਗੋਡੇ ਬਦਲਾਣੇ ਪੈਣੇ ਆ, ਜੀ। ਡਰ ਕਿਉਂ ਹੈ? ਵੀ ਕੀ ਇਹਨਾਂ ਡਰਨਾ ਚਾਹੀਦਾ ਕਿ ਨਹੀਂ ਚਾਹੀਦਾ, ਇਹ ਗੱਲ ਦੱਸੋ। ਦੇਖੋ, ਇੱਕ ਵੱਡਾ ਡਿਸੀਜਨ ਹੈ, ਆਪਰੇਸ਼ਨ ਹੈ, ਕੋਈ ਛੋਟੀ ਮੋਟੀ ਗੱਲ ਨਹੀਂ ਹੈ। ਸੋ ਡਰ ਲੱਗਣਾ ਲਾਜ਼ਮੀ ਹੈ। ਜੇ ਕੋਈ ਕਹੇ ਕਿ ਡਰ ਨਹੀਂ ਲੱਗੇਗਾ, ਇਨਫੈਕਟ ਪੂਰੀ ਫੈਮਿਲੀ ਦਾ ਇੱਕ ਜੁਆਇੰਟ ਡਿਸੀਜਨ ਹੁੰਦਾ ਹੈ ਕਿ ਜਿਹਦੇ ਹਸਬੈਂਡ ਨੇ, ਜਿਹਦੇ ਵਾਈਫ ਨੇ, ਜਿਹਦੇ ਪੇਰੈਂਟਸ ਨੇ ਗੋਡੇ ਬਦਲਵਾਣੇ, ਜਿਸ ਮਰੀਜ਼ ਦੀ ਆਪਾਂ ਗੱਲ ਕਰ ਰਹੇ ਹਾਂ। ਸੋ ਇੱਕ ਪੂਰੀ ਫੈਮਿਲੀ ਦੀ ਕਮਿਟਮੈਂਟ ਹੁੰਦੀ ਹੈ, ਇੱਕ ਪੂਰੀ ਫੈਮਿਲੀ ਦਾ ਡਿਸੀਜਨ ਹੁੰਦਾ ਹੈ। ਸੋ ਡਰ ਲੱਗਣਾ ਕੁਝ ਹੱਦ ਤੱਕ ਲਾਜ਼ਮੀ ਹੈ। ਪਰ ਡਰੀਏ ਕਿਉਂ? ਸਾਨੂੰ ਡਰ ਉਸ ਚੀਜ਼ ਤੋਂ ਲੱਗਦਾ ਜਿਸ ਚੀਜ਼ ਨੂੰ ਅਸੀਂ ਸਮਝਦੇ ਨਹੀਂ, ਜਿਸ ਚੀਜ਼ ਨੂੰ ਪੂਰੀ ਤਰ੍ਹਾਂ ਜਾਣਦੇ ਨਹੀਂ। ਉਸ ਚੀਜ਼ ਦੇ ਬਾਰੇ ਜਦੋਂ ਪੂਰੀ ਜਾਣਕਾਰੀ ਹਾਸਲ ਕਰਦੇ ਹਾਂ, ਉਸ ਚੀਜ਼ ਦੇ ਬਾਰੇ ਜਦੋਂ ਅਸੀਂ ਪੂਰਾ ਕੁਝ ਜਾਣ ਲੈਂਦੇ ਹਾਂ, ਉਸ ਤੋਂ ਬਾਅਦ ਉਹਦਾ ਡਰ ਆਪਣੇ ਮਨ ਦੇ ਵਿੱਚੋਂ ਆਪਣੇ ਆਪ ਘਟਣਾ ਸ਼ੁਰੂ ਹੋ ਜਾਂਦਾ ਹੈ। ਖਾਸ ਕਰਕੇ ਜੇ ਉਹ ਪ੍ਰੋਸੀਜਰ, ਜੇ ਉਹ ਚੀਜ਼ ਇੰਨਾ ਵੱਡਾ ਹਊਆ ਨਹੀਂ ਹੈ ਜਿੰਨਾ ਕਿ ਲੋਕਾਂ ਨੇ ਕਈ ਵਾਰ ਬਣਾ ਰੱਖਿਆ ਹੁੰਦਾ ਹੈ। ਜੁਆਇੰਟ ਰਿਪਲੇਸਮੈਂਟ ਇੱਕ ਐਸਾ ਪ੍ਰੋਸੀਜਰ ਹੈ ਜੋ ਕਿ ਹੁਣ ਨਾਓ ਇਨ ਟੂਡੇਜ਼ ਟਾਈਮ, ਅੱਜ ਦੇ ਐਰਾ ਦੇ ਵਿੱਚ ਲਾਰਜਲੀ ਸਕਸੈਸਫੁਲ ਪ੍ਰੋਸੀਜਰ ਹੈ। ਜੁਆਇੰਟ ਰਿਪਲੇਸਮੈਂਟ ਇੱਕ ਐਸੀ ਚੀਜ਼ ਬਣ ਗਈ ਹੈ ਹੁਣ ਜਿਹਦੇ ਵਿੱਚ ਇੱਕ ਤਰ੍ਹਾਂ ਦੇ ਫੋਕਸਡ ਰਿਜ਼ਲਟਸ ਅਵੇਲੇਬਲ ਨੇ, ਇੱਕ ਤਰ੍ਹਾਂ ਦਾ ਫਿਕਸਡ ਪ੍ਰੋਟੋਕੋਲ ਹੁੰਦਾ ਹੈ ਹਰ ਇੱਕ ਮਰੀਜ਼ ਦੇ ਲਈ। ਸਾਨੂੰ ਪਤਾ ਹੈ ਕਿ ਪਹਿਲੇ ਦਿਨ, ਦੂਸਰੇ ਦਿਨ, ਤੀਸਰੇ ਦਿਨ ਮਰੀਜ਼ ਨੇ ਕਿਸ ਤਰ੍ਹਾਂ ਰਿਐਕਟ ਕਰਨਾ ਹੈ, ਕਿਸ ਤਰ੍ਹਾਂ ਬਿਹੇਵ ਕਰਨਾ ਹੈ, ਅਸੀਂ ਕੀ ਫਿਜ਼ੀਓਥੈਰੇਪੀ ਕਰਾਣੀ ਹੈ, ਅਸੀਂ ਕਿਸ ਤਰ੍ਹਾਂ ਦਾ ਪ੍ਰੋਟੋਕੋਲ ਫੋਲੋ ਕਰਨਾ ਹੈ ਜਿਹਦੇ ਨਾਲ ਮਰੀਜ਼ ਅਗਲੇ ਦਿਨ ਖੜਾ ਹੋ ਸਕੇ, ਮਰੀਜ਼ ਆਪ ਟਾਇਲਟ ਜਾ ਸਕੇ। ਇਸ ਤਰ੍ਹਾਂ ਦੀ ਚੀਜ਼ ਜਿਸ ਤਰ੍ਹਾਂ ਉਹ ਪੇਸ਼ੈਂਟ ਫੋਲੋ ਕਰਦਾ ਰਹੇਗਾ, ਪੇਸ਼ੈਂਟ ਦੀ ਰਿਕਵਰੀ ਇੱਕ ਸਟ੍ਰੀਮਲਾਈਨ ਦੇ ਉੱਪਰ, ਇੱਕ ਫਿਕਸ ਟਾਈਮਲਾਈਨ ਦੇ ਉੱਪਰ ਹੁੰਦੀ ਰਹੇਗੀ। ਤੁਸੀਂ ਇੱਕ ਗੱਲ ਕਹੀ ਹੈ, ਮੈਂ ਵਿੱਚੇ ਰੋਕਤਾ, ਤਾਂ
ਜ਼ਰੂਰ ਤੁਸੀਂ ਕਿਹਾ ਵੀ ਰਿਕਵਰੀ ਕਿੰਨੀ ਜਲਦੀ ਹੋ ਸਕਦੀ ਹੈ, ਤਾਂ ਅਕਸਰ ਨਾ ਲੋਕਾਂ ਦੇ ਵਿੱਚ ਇਹ ਸਵਾਲ ਹੁੰਦਾ ਹੈ ਵੀ ਪੁਰਾਣੀ ਜ਼ਿੰਦਗੀ ਕਿਸ ਤਰੀਕੇ ਨਾਲ ਜੀ ਜਾ ਸਕਦੀ, ਜੇ ਮੈਂ ਆਪਰੇਸ਼ਨ ਕਰਾ ਲਾਂਗਾ ਮਹੀਨਾ 2 ਮਹੀਨਾ ਮੈਂ ਕੁਝ ਕਰ ਸਕਦਾ ਜਾਂ ਨਹੀਂ ਕਰ ਸਕਦਾ, ਮੈਂ ਚੱਲ ਸਕਦਾ, ਮੈਂ ਸੈਰ ਕਰ ਸਕਦਾ, ਕੁਝ ਹੋਰ ਕਰ ਸਕਦਾ ਕਿ ਨਹੀਂ ਕਰ ਸਕਦਾ, ਇਹਦੇ ਬਾਰੇ ਵੀ ਦੱਸੋ ਮਾੜਾ ਜਿਹਾ। ਰਿਕਵਰੀ ਫਰਮ ਸਰਜਰੀ ਇਜ਼ ਨਾਓ ਵੈਰੀ ਕੁਇਕ। ਹੁਣ ਜਿਹੜਾ ਰਿਕਵਰੀ ਪੀਰੀਅਡ ਦੀ ਆਪਾਂ ਗੱਲ ਕਰੀਏ, ਇੱਕ ਹੁੰਦਾ ਇਮੀਡੀਏਟ ਰਿਕਵਰੀ, ਇੱਕ ਹੁੰਦੀ ਹੈ ਪ੍ਰੋਲੋਂਗਡ ਰਿਕਵਰੀ। ਇਮੀਡੀਏਟ ਰਿਕਵਰੀ ਆਪਰੇਸ਼ਨ ਤੋਂ ਇਮੀਡੀਏਟਲੀ ਬਾਅਦ ਮਰੀਜ਼ ਕਦੋਂ ਖੜਾ ਹੋ ਸਕਦਾ ਹੈ, ਕਦੋਂ ਟਾਇਲਟ ਜਾ ਸਕਦਾ ਹੈ, ਕਦੋਂ ਭਾਰ ਪਾ ਕੇ ਗੋਡਿਆਂ ਤੇ ਆਪ ਚੱਲ ਸਕਦਾ ਹੈ। ਆਲ ਆਫ ਦੈਟ ਹੈਪਨਸ ਦ ਵੈਰੀ ਨੈਕਸਟ ਡੇ ਆਫਟਰ ਸਰਜਰੀ। ਆਪਰੇਸ਼ਨ ਤੋਂ ਅਗਲੇ ਦਿਨ, ਚਾਹੇ ਉਹ ਇੱਕ ਗੋਡੇ ਦਾ ਆਪਰੇਸ਼ਨ ਹੈ ਚਾਹੇ ਦੋਨੋਂ ਗੋਡਿਆਂ ਦਾ ਆਪਰੇਸ਼ਨ ਹੈ, ਮਰੀਜ਼ ਪੂਰਾ ਭਾਰ ਪਾ ਕੇ ਗੋਡਿਆਂ ਤੇ ਖੜਾ ਹੋਏਗਾ, ਆਪ ਟਾਇਲਟ ਜਾਏਗਾ ਵਿਦਾਊਟ ਐਕਸੈਪਸ਼ਨ, ਚਾਹੇ ਉਹ ਜੈਂਟਸ हैं ਚਾਹੇ ਲੇਡੀਜ਼ हैं, ਚਾਹੇ ਏਜ 50 ਸਾਲ ਦੀ ਹੈ 55 ਜਾਂ 70 ਸਾਲ ਦੀ, ਮਰੀਜ਼ ਨੇ ਆਪ ਖੜੇ ਹੋ ਕੇ ਟਾਇਲਟ ਜਾਣਾ ਹੈ। ਅਗਲੇ ਦਿਨ ਤੋਂ ਫਿਜ਼ੀਓਥੈਰੇਪੀ ਸਟਾਰਟ ਹੋ ਜਾਣੀ ਹੈ। ਫਿਜ਼ੀਓਥੈਰੇਪੀ ਦੇ ਵਿੱਚ ਨੀ ਬੈਂਡਿੰਗ, ਫੁੱਲ ਵੇਟ ਬੇਅਰਿੰਗ ਵਾਕਿੰਗ, ਪੂਰਾ ਭਾਰ ਪਾ ਕੇ ਗੋਡਿਆਂ ਦੇ ਨਾਲ। ਆਫ ਕੋਰਸ ਇੱਕ ਵਾਕਰ ਦੀ ਸਪੋਰਟ ਅਸੀਂ ਦੇਵਾਂਗੇ ਪਹਿਲੇ ਹਫਤੇ 2 ਹਫਤੇ ਦੇ ਲਈ, ਪਰ ਭਾਰ ਪੂਰਾ ਗੋਡਿਆਂ ਤੇ ਆਪ ਆਏਗਾ, ਮਰੀਜ਼ ਆਪ ਟਾਇਲਟ ਜਾਏਗਾ। ਇੱਕ ਦਿਨ ਲਈ ਵੀ ਕਿਸੇ ਤੇ ਉਹ ਡਿਪੈਂਡੈਂਟ ਨਹੀਂ, ਕਿਸੇ ਆਪਣੇ ਰਿਸ਼ਤੇਦਾਰ ਤੇ ਜਾਂ ਸਟਾਫ ਦੇ ਮੈਂਬਰ ਤੇ ਡਿਪੈਂਡੈਂਟ ਨਹੀਂ। ਅਸੀਂ ਸਾਰੇ ਉਹਨਾਂ ਦੀ ਸਹਾਇਤਾ ਲਈ ਹੁੰਦੇ ਹਾਂ ਨਾਲ, ਬਟ ਪੇਸ਼ੈਂਟ ਆਪਣੇ ਆਪ ਇੰਡੀਪੈਂਡੈਂਟ ਹੈ, ਆਪ ਟਾਇਲਟ ਜਾ ਸਕਦੇ ਹੈ, ਕਿਸੇ ਦੇ ਉੱਪਰ ਵੀ ਇੱਕ ਦਿਨ ਦੇ ਲਈ ਮੁਹਤਾਜ ਨਹੀਂ। ਮੈਂ ਸ਼ੁਰੂਆਤ 'ਚ ਗੱਲ ਕਹੀ ਵੀ ਵੀਲ ਚੇਅਰ ਤੇ ਆਂਦਾ ਭੰਗੜੇ ਪਾ ਕੇ ਜਾਂਦਾ, ਹੁਣ ਲੋਕਾਂ ਨੇ ਮੈਨੂੰ ਪੁੱਛ ਲੈਣਾ ਵੀ ਕਾਹਦੇ ਵਾਸਤੇ ਗਈ ਹੈ, ਐਕਸਪੀਰੀਅੰਸ ਦੱਸੋ ਫਿਰ ਲੋਕਾਂ ਨੂੰ। ਜੇ ਇੱਕ ਖਾਸ ਮਰੀਜ਼ ਦੀ ਮੈਂ ਗੱਲ ਕਰਾਂ ਜੋ ਮੇਰੇ ਧਿਆਨ 'ਚ ਇਸ ਵੇਲੇ ਆ ਰਿਹਾ ਹੈ, देयर वाज अ गर्ल, ਮੈਂ ਨਾਮ ਨਹੀਂ ਲਵਾਂਗਾ ਉਹਨਾਂ ਦਾ, ਬਟ ਯੂ ਵਿਲ ਸੀ ਹਰ ਇੰਟਰਵਿਊ ਲੇਟਰ ਔਨ। ਸੋ ਸ਼ੀ ਕੇਮ ਟੂ ਮੀ ਔਨ ਅ ਵੀਲ ਚੇਅਰ। ਉਹਦੀ ਉਮਰ ਸਿਰਫ ਮਜਾਇਜ਼ 38 ਇਅਰਸ ਦੀ ਸੀ, 38 ਸਾਲ ਦੀ ਉਮਰ। ਉਹਨੂੰ ਗਠੀਆ ਸੀ। ਉਹ ਜਦੋਂ ਮੇਰੇ ਕੋਲ ਆਈ ਤੇ ਕਾਫੀ ਜਗ੍ਹਾ ਦਿਖਾ ਕੇ, ਕਾਫੀ ਜਗ੍ਹਾ ਘੁੰਮਾ ਕੇ ਆਈ, ਕਈ ਜਗ੍ਹਾ ਤੇ ਓਪੀਨੀਅਨ ਲੈ ਕੇ ਆਈ ਤੇ ਵੀਲ ਚੇਅਰ ਤੇ ਆਈ। ਤੇ ਗਠੀਆ ਦੇ ਕਰਕੇ ਉਹਦੇ ਦੋਨੋਂ ਗੋਡੇ ਪੂਰੀ ਤਰ੍ਹਾਂ ਖਰਾਬ ਹੋ ਚੁੱਕੇ ਸੀ, ਟਿਸ਼ੂਜ਼ ਕੰਟਰੈਕਟ ਹੋ ਚੁੱਕੇ ਸੀ, ਉਹ ਖੜੀ ਵੀ ਨਹੀਂ ਸੀ ਹੋ ਪਾਉਂਦੀ ਕਈ ਸਾਲਾਂ ਤੋਂ। ਉਹਦੇ ਇੱਕ ਗੋਡੇ ਦਾ ਆਪਰੇਸ਼ਨ ਹੋਇਆ, ਫਿਰ ਕੁਝ ਮਹੀਨਿਆਂ ਬਾਅਦ ਉਸੇ ਦੂਸਰੇ ਗੋਡੇ ਦਾ ਆਪਰੇਸ਼ਨ ਹੋਇਆ। ਹੁਣ ਉਹ ਟੋਟਲੀ ਇੰਡੀਪੈਂਡੈਂਟ ਹੈ, ਆਪ ਚੱਲ ਸਕਦੀ ਹੈ, ਪੇਨ ਫਰੀ ਹੈ, ਆਪਣੇ ਘਰ ਦਾ ਸਾਰਾ ਕੰਮ ਕਰਦੀ ਹੈ, ਆਪਣੇ ਬੱਚਿਆਂ ਨੂੰ ਦੇਖਦੀ ਹੈ, ਕਿਚਨ ਦਾ ਕੰਮ ਕਰਦੀ ਹੈ, ਈਵਨ ਕਿ ਉਹਨੇ ਪਾਰਟ ਟਾਈਮ ਜੌਬ ਸ਼ੁਰੂ ਕੀਤੀ ਹੈ। ਸਾਡੇ ਕੋਲ ਇੱਕ ਬਹੁਤ ਵੱਡਾ ਵਿਸਾਖੀ ਦਾ ਸਮਾਗਮ ਅਸੀਂ ਇੱਕ ਮਨਾਇਆ, ਸ਼ੁਕਰਾਨੇ ਵਜੋਂ ਉਹਨਾਂ ਸਾਰੇ ਮਰੀਜ਼ਾਂ ਨੂੰ ਬੁਲਾਇਆ ਪਿਛਲੇ ਸਾਲ, 1.5 ਸਾਲ, 2 ਸਾਲ ਦੇ ਵਿੱਚ ਜਿਨ੍ਹਾਂ ਦੇ ਅਸੀਂ ਆਪਰੇਸ਼ਨ ਇਸ ਜਗ੍ਹਾ ਤੇ ਕੀਤੇ ਨੇ, ਈਵਾ ਹਸਪੀਟਲ ਦੇ ਵਿੱਚ ਕੀਤੇ ਨੇ। ਉਹ ਸਾਰੇ ਉਸ ਫੰਕਸ਼ਨ ਦੇ ਵਿੱਚ ਸ਼ਰੀਕ ਹੋਏ, ਸਾਰੇ ਫੰਕਸ਼ਨ ਦੇ ਵਿੱਚ ਆ ਕੇ ਸ਼ਾਮਿਲ ਹੋਏ। ਉਹਨਾਂ ਨੇ ਆਪਣੇ ਐਕਸਪੀਰੀਐਂਸਿਸ ਆਪਣੇ ਮੂੰਹ ਹੀ ਦੱਸੇ। ਸੋ ਉਹਨਾਂ ਦੇ ਵਿੱਚੋਂ ਇੱਕ ਪੇਸ਼ੈਂਟ ਮਿਸਿਸ ਅਮਨਦੀਪ ਕੌਰ ਵੀ ਸੀਗੇ, ਆਪਣੇ ਬੱਚਿਆਂ ਦੇ ਨਾਲ ਸਾਡੇ ਫੰਕਸ਼ਨ 'ਚ ਸ਼ਰੀਕ ਹੋਏ, ਸਾਡੇ ਸਾਰਿਆਂ ਦੇ ਵਿੱਚ ਰਹਿ ਕੇ ਭੰਗੜੇ ਪਾਏ, ਸਾਡੇ ਸਾਰਿਆਂ ਦੇ ਨਾਲ ਖੜੇ ਹੋ ਕੇ ਉਹਨਾਂ ਨੇ ਰੂਬਰੂ ਆਪਣੀ ਐਕਸਪੀਰੀਐਂਸ ਆਪਣੇ ਮੂੰਹ ਹੀ ਦੱਸਿਆ। ਤਾਂ ਜਿਵੇਂ ਕਿ ਨਾ ਲੋਕੀ ਕਹਿੰਦੇ ਹੁੰਦੇ ਸਨ ਵੀ ਪਹਿਲਾਂ ਤਾਂ ਪੈਸੇ ਬੜੇ ਲਾਣੇ ਪੈਣਗੇ, ਫਿਰ 5 ਸਾਲ ਹੀ ਗੋਡੇ ਚੱਲਣੇ ਆ, ਦੁਬਾਰਾ ਉੱਦਾਂ ਸਭ ਕੁਝ ਹੋ ਨਹੀਂ ਪਾਣਾ। ਲਾਈਫ ਪੀਰੀਅਡ ਕੀ ਹੈ ਇਹਦਾ? ਇੰਪਲਾਂਟ ਦੀ ਜੇ ਅਸੀਂ ਗੱਲ ਕਰੀਏ, ਕੋਈ ਵੀ ਕੰਪਨੀ ਦਾ ਇੰਪਲਾਂਟ ਅੱਜ ਲੈ ਲਈਏ, ਉਹਦੀ 20 ਤੋਂ 25 ਸਾਲ ਦੇ ਕਰੀਬ ਦੀ ਲਾਈਫ ਹੈ। ਜੇ ਕਿਸੇ ਬਹੁਤ ਯੰਗ ਪੇਸ਼ੈਂਟ ਨੂੰ ਸਰਜਰੀ ਦੀ ਲੋੜ ਪਏ, ਜਿਸ ਤਰ੍ਹਾਂ 38 ਇਅਰਸ, 40, 45 ਇਅਰਸ ਦੀ ਏਜ ਦੇ ਵਿੱਚ, ਉਹਨਾਂ ਦੇ ਲਈ ਸਿਰਾਮਿਕ ਨੀਜ਼ ਅਵੇਲੇਬਲ ਨੇ ਜਿਨ੍ਹਾਂ ਦੀ ਲਾਈਫ 30 ਇਅਰਸ ਤੋਂ ਵੀ ਜ਼ਿਆਦਾ, 30 ਸਾਲ ਤੋਂ ਵੀ ਜ਼ਿਆਦਾ ਉਹਦੀ ਬੁਨਿਆਦ ਹੈ। ਤੁਸੀਂ ਦੂਸਰੀ ਗੱਲ ਕੀਤੀ ਕਾਸਟ ਦੀ। ਸੋ ਵਨ ਵੈਰੀ ਗੁੱਡ ਥਿੰਗ ਦੈਟ ਦ ਗਵਰਨਮੈਂਟ ਹੈਜ਼ ਡਨ, ਸਰਕਾਰ ਨੇ ਇੱਕ ਬਹੁਤ ਅੱਛੀ ਚੀਜ਼ ਕੀਤੀ ਹੈ ਕਿ ਇੰਪਲਾਂਟ ਦੀ ਪ੍ਰਾਈਸ ਦੇ ਉੱਪਰ ਕੈਪਿੰਗ ਕਰ ਦਿੱਤੀ ਹੈ। ਹੁਣ ਉਸ ਦੇ ਨਾਲ ਇੰਪਲਾਂਟਸ ਅਫੋਰਡੇਬਲ ਹੋ ਗਏ ਨੇ। ਕੰਪਨੀਜ਼ ਇੱਕ ਫਿਕਸਡ ਕਾਸਟ ਤੋਂ ਉੱਪਰ ਇੰਪਲਾਂਟ ਨਹੀਂ ਵੇਚ ਸਕਦੀਆਂ, ਉਹਦਾ ਡਾਇਰੈਕਟ ਬੈਨੀਫਿਟ ਪੇਸ਼ੈਂਟ ਨੂੰ ਪਾਸ ਔਨ ਹੋਇਆ। ਸੋ ਜਿਹੜਾ ਆਪਰੇਸ਼ਨ ਪਹਿਲਾਂ ਕਿਤੇ 1.5 ਲੱਖ ਰੁਪਏ ਦਾ ਹੁੰਦਾ ਸੀ, ਉਹ ਹੁਣ 1.25 ਲੱਖ ਜਾਂ ਉਸ ਤੋਂ ਵੀ ਘੱਟ 'ਚ ਪੋਸੀਬਲ ਹੈ, ਬਿਕੋਜ਼ ਇੰਪਲਾਂਟ ਦੀ ਕਾਸਟ ਫਿਕਸ ਹੋ ਗਈ। ਬਟ ਪੰਜਾਬੀਆਂ ਨੇ ਕਹਾਵਤ ਬਣਾ ਲਈ ਸੀਗੀ ਵੀ ਹੁਣੇ ਮੇਰੇ ਦਿਮਾਗ 'ਚ ਆਈ, ਤੁਸੀਂ ਜਦੋਂ ਆਪਾਂ ਗੱਲ ਕਰ ਰਹੇ ਸੀਗੇ ਤਾਂ ਲੋਕੀ ਕਹਿੰਦੇ ਸੀ ਯਾਰ ਗੋਡੇ ਬਦਲਵਾ ਲਾ ਲਓ ਤਾਂ ਲਿਫਟ ਹੀ ਲਵਾ ਲਓ। ਜੀ ਗੱਲ ਤੁਹਾਡੀ ਸੁਣਨ ਦੇ ਵਿੱਚ ਚੁਟਕਲਾ ਲੱਗਦੀ ਹੈ, ਬਿਕੋਜ਼ ਚੁਟਕਲਾ ਹੀ ਹੈ। ਪੰਜਾਬੀ ਲੋਕ ਕਹਿੰਦੇ ਨੇ ਅਕਸਰ, ਕਿਉਂਕਿ ਲਿਫਟ ਲਵਾਉਣ ਦੇ ਨਾਲ ਤੁਹਾਡੀ ਤਕਲੀਫ ਠੀਕ ਨਹੀਂ ਹੋਣੀ। ਦ ਏਮ ਇਜ਼ ਨਾਟ ਕਿ ਆਪਾਂ ਸੀੜੀਆਂ ਚੜ੍ਹਨੀਆਂ, ਦ ਏਮ ਇਜ਼ ਕਿ ਆਪਾਂ ਇੰਡੀਪੈਂਡੈਂਟ ਰਹਿਣਾ ਹੈ। ਓਲਡ ਏਜ ਦੇ ਵਿੱਚ ਸਾਰੀ ਉਮਰ ਕੰਮ ਕਰਕੇ, ਬੱਚੇ ਵੱਡੇ ਕਰਕੇ, ਜਦੋਂ ਅਸੀਂ ਓਲਡ ਏਜ ਦੇ ਵਿੱਚ ਪਹੁੰਚਦੇ ਹਾਂ, ਜਿਹਨੂੰ ਅਸੀਂ ਗੋਲਡਨ ਪੀਰੀਅਡ ਕਹਿੰਦੇ ਹਾਂ, ਉਸ ਗੋਲਡਨ ਪੀਰੀਅਡ ਨੂੰ ਇੰਜੋਏ ਕਰਨਾ ਹੈ, ਨਾ ਕਿ ਪੇਨ ਕਿਲਰ ਖਾ ਕੇ ਇੱਕ ਕਰਕੇ ਦਿਨ ਕੱਟਣਾ ਹੈ। ਉਸ ਪੇਨ ਫਰੀ ਲਾਈਫ ਦੇ ਲਈ ਆਪਣੇ ਆਪ ਦੇ ਵਿੱਚ ਇਨਵੈਸਟ ਕਰਨਾ, ਆਪਣੇ ਆਪ ਦੇ ਵਿੱਚ ਇੱਕ ਡਿਸੀਜਨ ਲੈਣਾ ਕਿ ਮੈਂ ਦਰਦ ਮੁਕਤ ਜੀਵਨ ਬਿਤਾਉਣਾ ਹੈ, ਉਹ ਡਿਸੀਜਨ ਲੈਣਾ ਨਾ ਤਾਂ ਤੁਹਾਡਾ ਆਪਣਾ ਸਿਰਫ ਇੱਕ ਆਪਸ਼ਨ ਹੈ, ਬਲਕਿ ਤੁਹਾਡਾ ਫਰਜ਼ ਹੈ, ਤੁਹਾਡਾ ਧਰਮ ਹੈ। ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ ਆਪਣਾ ਦੁੱਖ ਦਿਖਾਏ ਬਿਨਾ ਇੱਕ ਫ੍ਰੀ ਇੰਡੀਪੈਂਡੈਂਟ ਲਾਈਫ ਜੀਣਾ ਇਜ਼ ਐਨ ਆਪਸ਼ਨ ਟੁਡੇ। ਇਸ ਆਪਸ਼ਨ ਨੂੰ ਜ਼ਰੂਰ ਅਪਣਾਉਣਾ ਚਾਹੀਦਾ ਹੈ। ਇਸ ਪ੍ਰੋਸੀਜਰ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਇਹਦੇ ਰਿਜ਼ਲਟਸ ਦੇਖੋ, ਆਪਣੇ ਰਿਸ਼ਤੇਦਾਰਾਂ ਦੇ ਨਾਲ, ਆਪਣੇ ਦੋਸਤਾਂ ਦੇ ਨਾਲ ਜਿਨ੍ਹਾਂ ਨੇ ਆਪਰੇਸ਼ਨ ਕਰਾਏ ਨੇ, ਇੱਕ ਹੈਪੀ ਲਾਈਫ ਜੀ ਰਹੇ ਨੇ, ਉਹਨਾਂ ਵੱਲ ਦੇਖ ਕੇ ਆਪ ਇਹ ਡਿਸੀਜਨ ਤੁਸੀਂ ਅਪਣਾ ਸਕਦੇ ਹੋ। ਇੱਕ ਨਾ ਸਵਾਲ ਮੈਂ ਪੁੱਛਣਾ ਚਾਹਾਂਗਾ, ਨੌਜਵਾਨ ਨਾ ਜਿਮਿੰਗ ਕਰਦੇ ਆ, ਜਿਮ 'ਚ ਜਾਂਦੇ ਨੇ,
ਤਾਂ ਟ੍ਰੈਡਮਿਲ ਬਹੁਤ ਜ਼ਿਆਦਾ ਯੂਜ਼ ਕਰਦੇ ਨੇ, ਟ੍ਰੈਡਮਿਲ ਯੂਜ਼ ਕਰ ਲਿਆ, ਸਕੈਟਸ ਐਕਸਰਸਾਈਜ਼ ਵੀ ਲਾ ਲਈ ਲੈਗਸ ਦੇ ਵਾਸਤੇ, ਕਿ ਉਸ ਦਾ ਕੋਈ ਨੁਕਸਾਨ ਸਿੱਧੇ ਤੌਰ ਤੇ ਮੈਂ ਕਹਿ ਸਕਦਾ ਵੀ ਸਿੱਧਾ ਹਿੱਟ ਕਰਦੇ ਨੇ ਉਹ ਜੁਆਇੰਟਸ ਨੂੰ? ਤੁਸੀਂ ਇੱਕ ਬਹੁਤ ਇੰਪੋਰਟੈਂਟ ਤੇ ਬਹੁਤ ਰੈਲੇਵੈਂਟ ਕੁਐਸਚਨ ਪੁੱਛਿਆ। ਮੇਰੀ ਦੂਸਰੀ ਸਪੈਸ਼ਲਿਟੀ ਸਪੋਰਟਸ ਇੰਜਰੀ, ਸੋ ਆਈ ਵਿਲ ਹੈਵ ਲੋਟਸ ਆਫ ਪੇਸ਼ੈਂਟਸ, ਮੇਰੇ ਕੋਲ ਬੜੇ ਮਰੀਜ਼ ਆਉਂਦੇ ਨੇ ਜਿਹੜੇ ਇਹ ਐਗਜ਼ੈਕਟ ਸਵਾਲ ਪੁੱਛਦੇ ਨੇ। ਉਹਨਾਂ ਦੇ ਮਨ 'ਚ ਕਈ ਵਾਰ ਖੌਫ ਹੁੰਦਾ ਟ੍ਰੈਡਮਿਲ ਨੂੰ ਯੂਜ਼ ਕਰਨ ਤੇ, ਕਈ ਵਾਰ ਕੋਈ, ਸੋ ਇਹਦੇ ਵਿੱਚ ਕਪਲ ਆਫ ਪੁਆਇੰਟਸ ਜਿਹੜੇ ਸਾਨੂੰ ਡਿਸਕਸ ਕਰਨੇ ਚਾਹੀਦੇ ਆ। ਜਿਹੜਾ ਕਿ ਕੋਈ ਮਰੀਜ਼ ਬਹੁਤ ਜ਼ਿਆਦਾ, ਜਿਹੜਾ ਕਿ ਕੋਈ ਇਨਸਾਨ ਬਹੁਤ ਜ਼ਿਆਦਾ ਮੋਟਾ ਹੈ, ਬਹੁਤ ਜ਼ਿਆਦਾ ਓਵਰਵੇਟ ਹੈ, ਉਹਨੂੰ ਟ੍ਰੈਡਮਿਲ ਯੂਜ਼ ਕਰਨ ਤੋਂ ਅਵੋਇਡ ਕਰਨੀ ਚਾਹੀਦੀ ਹੈ। ਜਿਹੜਾ ਕਿ ਆਪਟੀਮਮ weight ਦੇ ਵਿੱਚ ਕੋਈ ਇਨਸਾਨ ਹੈ, ਜਿਹਨੂੰ ਕੋਈ ਪੁਰਾਣੀ ਸੱਟ ਨਹੀਂ, ਜਿਹਨੂੰ ਕਿਸੇ ਤਰ੍ਹਾਂ ਦੀ ਕੋਈ ਪੈਰ ਦੀ ਜਾਂ ਗੋਡੇ ਦੀ ਤਕਲੀਫ ਨਹੀਂ, ਇੱਕ ਵਾਰ ਅੱਛੀ ਤਰ੍ਹਾਂ ਡਾਕਟਰੀ ਸਲਾਹ ਲੈ ਕੇ ਇੱਕ ਅੱਛੀ ਕੁਆਲਿਟੀ ਦੀ ਟ੍ਰੈਡਮਿਲ ਨੂੰ ਵਾਕਿੰਗ ਦੇ ਲਈ ਯੂਜ਼ ਕਰਨ ਦੇ ਵਿੱਚ ਕੋਈ ਹਰਜ ਨਹੀਂ, ਜਿਹਨੂੰ ਅਸੀਂ ਕਹਿੰਦੇ ਨੇ ਲੋ ਇੰਟੈਂਸਿਟੀ ਕਾਰਡੀਓ। ਰਨਿੰਗ ਫॉर ਪ੍ਰੋਲੋਂਗਡ ਪੀਰੀਅਡ ਆਫ ਟਾਈਮ ਜੁਆਇੰਟਸ ਨੂੰ ਸ਼ੌਕ ਦਿੰਦਾ ਹੈ, ਜੋ ਕਿ ਇੱਕ ਨੈਚੁਰਲ ਰਨਿੰਗ ਗਰਾਊਂਡ ਦੇ ਉੱਪਰ ਕਰਨੀ ਜ਼ਿਆਦਾ ਸੇਫ ਹੈ। ਪਰ ਟ੍ਰੈਡਮਿਲ ਫॉर ਪ੍ਰੋਲੋਂਗਡ ਵਾਕਿੰਗ, ਜਿਸ ਤਰ੍ਹਾਂ ਰੋਜ਼ 30-35 ਮਿੰਟਸ ਦੀ ਵਾਕ ਕਰਨ ਦੇ ਲਈ ਥੋੜੇ ਜਿਹੇ ਇਨਕਲਾਈਨ ਦੇ ਉੱਪਰ ਇੱਕ ਰੀਜ਼ਨੇਬਲ ਜੀ ਸਪੀਡ, ਜੋ ਕਿ ਲੇਡੀਜ਼ ਦੇ ਲਈ ਅਰਾਊਂਡ 5 ਕਿਲੋਮੀਟਰਸ, ਜੈਂਟਸ ਦੇ ਅਰਾਊਂਡ 6 ਕਿਲੋਮੀਟਰਸ, 올ਡ ਏਜ ਦੇ ਵਿੱਚ 5.5 ਦੇ ਵਿੱਚ, ਇਸ ਸਪੀਡ ਤੇ ਟ੍ਰੈਡਮਿਲ ਨੂੰ ਯੂਜ਼ ਕਰਨਾ ਇਨ ਐਬਸੈਂਸ ਆਫ ਪ੍ਰੀ ਐਗਜ਼ਿਸਟਿੰਗ ਇੰਜਰੀ, ਕਿ ਕੋਈ ਪੁਰਾਣੀ ਸੱਟ ਨਹੀਂ ਲੱਗੀ ਹੋਈ ਗੋਡੇ ਨੂੰ ਜਾਂ ਹੋਰ ਕੋਈ ਤਕਲੀਫ ਨਹੀਂ ਹੈ, ਉਹਦੇ ਵਿੱਚ ਟ੍ਰੈਡਮਿਲ ਯੂਜ਼ ਕਰਨੀ ਸੇਫ ਹੈ। ਅੱਛਾ, ਪਰ ਜਿਮ 'ਚ ਜਿੱਦਾਂ ਅਸੀਂ ਜਾਂਦੇ ਹਾਂ ਸਿੱਧਾ ਹੀ ਜਾ ਕੇ 10 ਦਾ ਬਟਨ ਦਬਦੇ ਹਾਂ ਜੀ, ਸੋ ਦੈਟ ਇਜ਼ ਅ ਮਿਸਟੇਕ। 10 ਦਾ ਉਸ ਤੋਂ ਬਾਅਦ 15 ਤੇ ਜਾਂਦੇ ਆ। That is a mistake right there. So we have to understand ਕਿ lots of injuries happen. ਬਹੁਤ ਸਾਰੀਆਂ ਤਕਲੀਫਾਂ ਇਸ ਕਰਕੇ ਹੋ ਜਾਂਦੀਆਂ ਨੇ ਕਿਉਂਕਿ ਅਸੀਂ ਐਡਿਕੁਏਟ ਵਾਰਮ ਅਪ ਨਹੀਂ ਕਰਦੇ, ਐਕਸਰਸਾਈਜ਼ ਨੂੰ ਓਵਰਡੂ ਕਰਦੇ ਹਾਂ, ਇੱਕ ਦਿਨ 'ਚ ਪਤਲਾ ਹੋਣ ਦੀ ਕੋਸ਼ਿਸ਼ ਕਰਦੇ ਹਾਂ, ਇੱਕ ਦਿਨ 'ਚ ਫਿਟਨੈਸ ਪਾਉਣ ਦੀ ਕੋਸ਼ਿਸ਼ ਕਰਦੇ ਹਾਂ, ਜੋ ਕਿ ਪੋਸੀਬਲ ਨਹੀਂ। ਤੇ ਇਹ ਸਾਰਾ ਕੁਝ ਕਰਨ ਤੋਂ ਬਾਅਦ ਵੀ ਐਡਿਕੁਏਟ ਕੂਲ ਡਾਊਨ ਜਾਂ ਸਟ੍ਰੈਚਿੰਗ ਨਹੀਂ ਕਰਦੇ। ਤੁਸੀਂ ਕਿਸੇ ਨੂੰ ਵੀ ਦੇਖਿਆ ਹੋਇਆ ਵਾਰਮ ਅਪ ਹੁੰਦਾ 1 2 ਮਿੰਟ 3 ਮਿੰਟ, 2 ਬਾਹਾਂ ਹਿਲਾਈਆਂ, ਇਸ ਤਰ੍ਹਾਂ ਕੀਤਾ ਤੇ ਟ੍ਰੈਡਮਿਲ ਦੇ ਉੱਪਰ, ਦੈਟ ਇਜ਼ ਦ ਰੋਂਗ ਵੇ ਟੂ ਡੂ ਇਟ। ਐਡਿਕੁਏਟ ਵਾਰਮ ਅਪ ਨੰਬਰ 1 ਸ਼ੁੱਡ ਬੀ ਮਿਨੀਮਮ ਫॉर 15 ਮਿੰਟਸ, 15 ਮਿੰਟ ਕਮ ਸੇ ਕਮ ਵਾਰਮ ਅਪ ਚਾਹੀਦਾ ਹੈ। ਉਸ ਤੋਂ ਬਾਅਦ ਵਾਰਮ ਅਪ ਦੀ ਜਿਹੜੀ ਡਿਊਰੇਸ਼ਨ ਹੈ, ਜਿਹੜਾ ਵਾਰਮ ਅਪ ਦਾ ਇਫੈਕਟ ਹੈ, ਉਹ ਸਿਰਫ 45 ਮਿੰਟ ਰਹਿੰਦਾ ਹੈ। ਕਈ ਲੋਕ, ਕਈ ਦੋਸਤ ਘਰ ਵਾਰਮ ਅਪ ਕਰਕੇ ਫਿਰ ਜਿਮ ਜਾਂਦੇ ਨੇ, ਜਦੋਂ ਤੱਕ ਜਿਮ ਪਹੁੰਚਦੇ ਨੇ ਘੰਟਾ ਸਵਾ ਘੰਟਾ ਹੋ ਜਾਂਦਾ, ਵਾਰਮ ਅਪ ਦਾ ਇਫੈਕਟ ਖਤਮ। ਸੋ ਵਾਰਮ ਅਪ ਸ਼ੁੱਡ ਬੀ ਡਨ ਜਸਟ ਬਿਫੋਰ ਯੂਰ ਐਕਸਰਸਾਈਜ਼, ਪ੍ਰੈਫਰੇਬਲੀ ਜਿਮ ਦੇ ਵਿੱਚ ਜਾਂ ਜਿਸ ਜਗ੍ਹਾ ਤੇ ਤੁਸੀਂ ਐਕਸਰਸਾਈਜ਼ ਕਰਨੀ ਹੈ ਉਹਦੇ ਵਿੱਚ ਵਾਰਮ ਅਪ ਕਰਨਾ ਚਾਹੀਦਾ ਹੈ। ਵਾਰਮ ਅਪ ਦੇ ਵਿੱਚ ਲਾਈਟ ਸਾਈਕਲਿੰਗ ਇਜ਼ ਅ ਗੁੱਡ ਜੁਆਇੰਟ ਮੋਬਿਲਾਈਜੇਸ਼ਨ ਐਕਸਰਸਾਈਜ਼। ਸਟ੍ਰੈਚਿੰਗ ਕਦੀ ਵੀ ਵਾਰਮ ਅਪ ਦਾ ਪਾਰਟ ਨਹੀਂ ਹੋਣਾ ਚਾਹੀਦਾ। ਸਟ੍ਰੈਚਿੰਗ ਸ਼ੁੱਡ ਆਲਵੇਜ਼ ਬੀ ਡਨ ਆਫਟਰ ਦੀ ਐਕਸਰਸਾਈਜ਼, ਬਿਕੋਜ਼ ਸਟ੍ਰੈਚਿੰਗ ਕਰਨ ਦੇ ਨਾਲ, ਐਕਸਰਸਾਈਜ਼ ਕਰਨ ਤੋਂ ਪਹਿਲਾਂ ਇੰਜਰੀਜ਼ ਜ਼ਿਆਦਾ ਹੋਣ ਦਾ ਚਾਂਸ ਵੱਧ ਜਾਂਦਾ ਹੈ। ਸੋ ਇੱਕ ਅੱਛਾ ਵਾਰਮ ਅਪ ਕਰਨ ਤੋਂ ਬਾਅਦ ਜੇ ਅਸੀਂ ਜੁਡੀਸ਼ੀਅਸਲੀ ਵੇਟ ਟ੍ਰੇਨਿੰਗ ਕਰੀਏ, ਸਕੁਆਟਸ ਦੀ ਤੁਸੀਂ ਗੱਲ ਕੀਤੀ, ਸੋ ਜਿਹੜਾ ਕੋਈ ਇਨਸਾਨ ਹੈਵੀ ਸਕੁਆਟਸ ਲਗਾ ਰਿਹਾ ਹੈ, ਉਹ ਲੈਗਸ ਦੇ ਮਸਲਸ ਨੂੰ ਬਿਲਡ ਕਰ ਰਿਹਾ। ਲੈਗਸ ਦੇ ਮਸਲਸ ਨੂੰ ਬਿਲਡ ਕਰਨ ਦੇ ਨਾਲ ਨੀਜ਼ ਦੇ ਉੱਪਰ, ਨੀਜ਼ ਦੀ ਸੇਫਟੀ ਵੱਧਦੀ ਹੈ। ਸੋ ਐਨੀ ਐਕਸਰਸਾਈਜ਼ ਵਿਚ ਇਜ਼ ਬਿਲਡਿੰਗ ਮਸਲ ਸਟਰੈਂਥ, ਜਿਹੜੀ ਵੀ ਕਿਸੇ ਐਕਸਰਸਾਈਜ਼ ਦੇ ਨਾਲ ਅਸੀਂ ਆਪਣਾ ਮਸਲ ਸਟਰੋਂਗ ਕਰ ਰਹੇ ਹਾਂ, ਉਹ ਸਾਡੇ ਜੁਆਇੰਟਸ ਨੂੰ ਪ੍ਰੋਟੈਕਟ ਕਰੇਗੀ। ਜਦੋਂ ਜੁਆਇੰਟਸ ਦੀ ਪ੍ਰੋਟੈਕਸ਼ਨ ਵਧੇਗੀ, ਜ਼ਾਹਿਰ ਜੀ ਗੱਲ ਹੈ ਉਹਦੀ ਲਾਈਫ ਵਧੇਗੀ। ਸੋ ਕਦੀ ਵੀ ਵੇਟ ਟ੍ਰੇਨਿੰਗ ਦੇ ਵਿੱਚ, ਕੋਈ ਹੈਵੀ ਵੇਟ ਟ੍ਰੇਨਿੰਗ ਕਰਦੇ ਹੋਏ ਤੁਹਾਡੇ ਨਾਲ ਕੋਈ ਤੁਹਾਡਾ ਦੋਸਤ, ਕੋਈ ਜਿਮ ਇੰਸਟ੍ਰਕਟਰ, ਜਿਹਨੂੰ ਅਸੀਂ ਸਪੌਟਰ ਕਹਿ ਦਿੰਦੇ ਹਾਂ, ਜੋ ਸਪੌਟ ਕਰੇ ਕਿ ਤੁਹਾਡੀ ਕੋਈ ਗਲਤੀ ਤਾਂ ਨਹੀਂ ਹੋ ਰਹੀ, ਤੁਹਾਡਾ ਫਾਰਮ ਤਾਂ ਨਹੀਂ ਖਰਾਬ ਹੋ ਰਿਹਾ, ਵੇਟ ਉਠਾਉਣ ਦੇ ਸਮੇਂ, ਵੇਟ ਰੱਖਣ ਦੇ ਸਮੇਂ ਜੇ ਤੁਸੀਂ ਗਲਤ ਤਰੀਕੇ ਨਾਲ, ਤੁਹਾਡਾ ਕੋਈ ਨੀ ਗਲਤ ਬੈਂਡ ਹੋ ਰਿਹਾ ਜਾਂ ਤੁਹਾਡੀ ਬੈਕ ਰਾਉਂਡ ਹੋਣੀ ਸਟਾਰਟ ਹੋ ਗਈ, ਇਸ ਤਰ੍ਹਾਂ ਦੀ ਜੇ ਕੋਈ ਤਕਲੀਫ ਹੈ, ਉਹ ਤੁਹਾਨੂੰ ਸਪੌਟ ਕਰਕੇ ਦੱਸੇ, ਤਾਂ ਕਿ ਸੋ ਦੈਟ ਯੂ ਕੈਨ ਡੂ ਦੀ ਐਕਸਰਸਾਈਜ਼ ਇਨ ਦ ਰਾਈਟ ਵੇ, ਇਨ ਦ ਰਾਈਟ ਫਾਰਮ। ਸੈਕਿੰਡ, ਬਹੁਤ ਸਾਰੀਆਂ ਕਾਮਨ ਜਿਹੜੀਆਂ ਇੰਜਰੀਜ਼ ਹੁੰਦੀਆਂ ਨੇ, ਉਹ ਰੀ-ਰੈਕਿੰਗ ਦੇ ਟਾਈਮ ਹੁੰਦੀਆਂ। ਐਕਸਰਸਾਈਜ਼ ਲਗਾਉਣ ਲੱਗੇ ਸੱਟ ਨਹੀਂ ਲੱਗਦੀ, ਜਦੋਂ ਐਕਸਰਸਾਈਜ਼ ਬੰਦਾ ਲਗਾ ਚੁੱਕਿਆ ਹੁੰਦਾ ਹੈ, ਸੈੱਟ ਤੋਂ ਬਾਅਦ 8 ਰੈਪੀਟੇਸ਼ਨਸ ਤੋਂ ਬਾਅਦ ਥੱਕ ਜਾਂਦੇ, ਜਦੋਂ ਸੈੱਟ ਖਤਮ ਹੋਣ ਤੋਂ ਬਾਅਦ ਵੇਟ ਨੂੰ ਵਾਪਸ ਰੱਖਣਾ ਹੁੰਦਾ ਹੈ, ਉਸ ਟਾਈਮ ਤੇ ਚੁੱਕ ਪੈਂਦੀ ਹੈ, ਉਸ ਟਾਈਮ ਤੇ ਗੋਡੇ ਨੂੰ ਸੱਟ ਲੱਗਦੀ ਹੈ, ਉਸ ਟਾਈਮ ਤੇ ਬੈਕ ਦੇ ਵਿੱਚ ਕੋਈ ਇੰਜਰੀ ਹੁੰਦੀ ਹੈ। ਸੋ ਉਹ ਜਿਹੜਾ ਤੁਹਾਡਾ ਸਪੌਟਰ ਹੈ, ਜਿਹੜਾ ਤੁਹਾਡਾ ਦੋਸਤ ਹੈ, ਜਿਹੜਾ ਕੋਈ ਜਿਮ ਇੰਸਟ੍ਰਕਟਰ ਤੁਹਾਡੇ ਨਾਲ ਹੈ, ਤੁਹਾਨੂੰ ਰੀ-ਰੈਕਿੰਗ 'ਚ ਹੈਲਪ ਕਰ ਸਕਦਾ ਹੈ, ਕਿਉਂਕਿ ਤੁਹਾਡੀ ਬਾਡੀ ਫਟੀਗ ਦੇ ਵਿੱਚ ਹੋ ਗਈ, ਤੁਸੀਂ ਥੱਕੇ ਹੋਏ ਹੋ, ਤੁਸੀਂ ਵੇਟ ਰੱਖਣਾ ਚਾਹੁੰਦੇ ਹੋ, ਤੁਸੀਂ ਗਲਤ ਫਾਰਮ ਦੇ ਵਿੱਚ ਵੇਟ ਨੂੰ ਰੱਖ ਦਿੰਦੇ ਹੋ, ਰੱਖਦੇ ਰੱਖਦੇ ਕੰਮ ਖਰਾਬ ਹੋ ਜਾਂਦਾ। ਮਤਲਬ ਕਈ ਵਾਰੀ ਵੇਟ ਐਵੇਂ ਹੀ ਲਾਉਂਦੇ ਸੁੱਟਤਾ, ਉਹ ਉੱਥੇ ਜਾ ਕੇ ਇੰਜਰੀ ਹੋਣੀ ਹੈ, ਉੱਥੇ ਜਾ ਕੇ ਇੰਜਰੀ ਹੋਣੀ ਹੈ ਟੁਵਰਡਸ ਦੀ ਐਂਡ ਆਫ ਯਰ ਐਕਸਰਸਾਈਜ਼। ਕਿਉਂਕਿ ਐਕਸਰਸਾਈਜ਼ ਦੇ ਦੌਰਾਨ ਤੁਸੀਂ ਪੂਰਾ ਫੋਕਸ ਵੀ ਦੇ ਰਹੇ, ਜਦੋਂ ਤੁਹਾਨੂੰ ਪਤਾ ਲੱਗ ਗਿਆ ਕਿ 8 ਰੈਪੀਟੇਸ਼ਨਸ ਹੋ ਗਈਆਂ, ਐਕਸਰਸਾਈਜ਼ ਖਤਮ ਹੋ ਗਈ, ਜਦੋਂ ਰੀ-ਰੈਕਿੰਗ ਦਾ ਟਾਈਮ ਆਉਂਦਾ ਹੈ, ਰੀ-ਰੈਕਿੰਗ ਵਿੱਚ ਜਦੋਂ ਆਪਾਂ ਵੇਟ ਰੈਕ ਤੇ ਵਾਪਸ ਰੱਖਦੇ ਹਾਂ, ਉਸ ਟਾਈਮ ਤੇ ਇੰਜਰੀ ਬਹੁਤ ਕਾਮਨ ਹੈ। ਸੋ ਵੀ ਮਸਟ ਹੈਵ ਸਮਬਡੀ ਟੂ ਹੈਲਪ ਅਸ, ਸਪੈਸ਼ਲੀ ਇਫ ਵੀ ਆਰ ਲਿਫਟਿੰਗ ਹੈਵੀ, ਜੇ ਅਸੀਂ ਵੇਟ ਜ਼ਿਆਦਾ ਉਠਾ ਰਹੇ, ਚਾਹੇ ਸਕੁਆਟਸ ਦੇ ਵਿੱਚ ਹੈ, ਚਾਹੇ ਬਾਰਬੈਲ ਹੈ, ਚਾਹੇ ਡੰਬਲ ਹੈ, ਕੋਈ ਨਾ ਕੋਈ ਇਨਸਾਨ ਸਾਡਾ ਉਸ ਟਾਈਮ ਤੇ ਹੈਲਪ ਲਈ, ਕੋਈ ਫਰੈਂਡ, ਕੋਈ ਜਿਮ ਇੰਸਟ੍ਰਕਟਰ ਜ਼ਰੂਰ ਨਾਲ ਹੋਣਾ ਚਾਹੀਦਾ। ਤੇ ਇੱਕ ਨਾ ਮੈਨੂੰ ਇਹ ਗੱਲ ਦੱਸੋ, ਮੈਂ ਸ਼ੁਰੂਆਤ 'ਚ ਕਿਹਾ ਸੀ ਵੀ ਗੋਡਿਆਂ ਦੀ ਗਰੀਸ ਮੁੱਕ ਗਈ, ਅਸੀਂ ਕਹਿੰਦੇ ਹੁੰਦੇ ਆ, ਤਾਂ ਗਰੀਸ ਅਸਲ ਦੇ ਵਿੱਚ ਹੁੰਦਾ ਕੀ ਹੈ ਜੀ। ਤੇ ਦੂਜੀ ਗੱਲ ਮੈਂ ਇਹ ਵੀ ਕਹਾਂਗਾ ਵੀ ਕੀ ਨੈਚੁਰਲ ਦੀ ਬਜਾਏ ਜਦੋਂ ਖਤਮ ਹੋ ਜਾਂਦੀ ਹੈ, ਅਨਨੈਚੁਰਲ ਵੇ ਨਾਲ ਵੀ ਗਰੀਸ ਜਿਹੜੀ ਹੈ ਬਣ ਸਕਦੀ ਹੈ? ਜੀ,
ਸੋ ਵੈਰੀ ਰੈਲੇਵੈਂਟ ਕੁਐਸਚਨ ਆਈ ਥਿੰਕ ਪੇਸ਼ੈਂਟ ਐਜੂਕੇਸ਼ਨ ਦੇ ਲਈ, ਲੋਕਾਂ ਦੀ ਐਜੂਕੇਸ਼ਨ ਦੇ ਲਈ ਅੱਜ ਅਸੀਂ ਤੇ ਇਕੱਠੇ ਹੋਏ ਹਾਂ। ਸੋ ਇਸ ਸਵਾਲ ਦਾ ਜਵਾਬ ਦੇਣ ਦੇ ਵਿੱਚ ਆਈਲ ਬੀ ਵੈਰੀ ਹੈਪੀ। ਗਰੀਸ ਬੇਸਿਕਲੀ ਜਿਹਨੂੰ ਅਸੀਂ ਪੰਜਾਬੀ 'ਚ ਕਹਿ ਦਿੰਦੇ ਹਾਂ, ਸਾਡਾ ਇੰਗਲਿਸ਼ ਦਾ ਵਰਡ ਇਜ਼ ਕਾਰਟਿਲੇਜ। ਸੋ ਜਿਹੜਾ ਇੱਕ ਬੋਨ ਦਾ ਐਂਡ ਹੁੰਦਾ ਹੈ, ਜਿਹੜਾ ਬੋਨ ਦਾ ਐਂਡ ਦਾ ਹਿੱਸਾ ਹੁੰਦਾ ਜਿੱਥੇ ਇੱਕ ਹੱਡੀ ਦੂਸਰੇ ਹੱਡੀ ਨਾਲ ਮਿਲਦੀ ਹੈ ਤੇ ਉਹਦੇ ਨਾਲ ਸਮੂਥਲੀ ਮੂਵ ਕਰ ਸਕੇ, ਆਪਸ ਦੇ ਵਿੱਚ ਟਕਰਾਏ ਨਾ, ਆਪਸ ਦੇ ਵਿੱਚ ਰਗੜੇ ਨਾ, ਉਸ ਲੇਅਰ ਨੂੰ ਕਾਰਟਿਲੇਜ ਕਹਿੰਦੇ ਆ। ਸਾਡੇ ਨੀ ਦੇ ਵਿੱਚ ਜਿਹੜੀ ਕਾਰਟਿਲੇਜ ਦੀ ਥਿਕਨੈਸ ਹੁੰਦੀ ਹੈ, ਇਟ ਇਜ਼ ਓਨਲੀ ਅਬਾਊਟ 3 to 4 ਮਿਲੀਮੀਟਰਸ। 3 ਤੋਂ 4 ਮਿਲੀਮੀਟਰ ਦੇ ਕਰੀਬ ਦੀ ਜਿਹੜੀ ਕਾਰਟਿਲੇਜ ਹੈ ਫੀਮਰ, ਟਿਬੀਆ, ਦੋਨੋਂ ਪੱਟ ਦੀ ਤੇ ਪੈਰ ਦੀ ਲੱਤ ਦੀ ਹੱਡੀ ਦੇ ਵਿੱਚ, ਉਹ ਸਾਰੀ ਉਮਰ ਸਾਡੀ ਘਟਾ ਦਿੰਦੀ ਹੈ। 50, 55, 60, 65 ਸਾਲ ਦੀ ਉਮਰ ਤੱਕ ਉਹ ਸਾਨੂੰ ਲੈ ਕੇ ਜਾਂਦੀ ਹੈ। ਜਦੋਂ ਕਾਰਟਿਲੇਜ ਦੀ ਲੇਅਰ, ਜਿਸ ਤਰ੍ਹਾਂ ਮਕੈਨੀਕਲ ਚੀਜ਼ ਹੈ, ਜਿਸ ਤਰ੍ਹਾਂ ਕੋਈ ਵੀ ਚੀਜ਼ ਘਿਸਦੀ ਹੈ, ਜਿਸ ਤਰ੍ਹਾਂ ਕਾਰ ਦਾ ਟਾਇਰ ਘਿਸਦਾ ਹੈ, ਉਸ ਤਰ੍ਹਾਂ ਕਾਰਟਿਲੇਜ ਵੀ ਵਿਦ ਟਾਈਮ, ਵਿਦ ਏਜ, ਵਿਦ ਪ੍ਰੈਸ਼ਰ ਘਿਸਦੀ ਹੈ। ਦੈਟ ਇਜ਼ ਕਾਲਡ ਪ੍ਰਾਇਮਰੀ ਆਸਟੀਓਆਰਥਰਾਈਟਿਸ, ਕਿ ਏਜ ਰਿਲੇਟਡ ਚੇਂਜ ਹੈ। ਇਹਦੇ 'ਚ ਸਾਨੂੰ ਕੋਈ ਹੋਰ ਇਸ ਤਰ੍ਹਾਂ ਦਾ ਕੋਈ ਸੱਟ ਜਾਂ ਕੋਈ ਨੁਕਸਾਨ ਨਹੀਂ ਹੋਇਆ ਗੋਡੇ ਨੂੰ, ਕੋਈ ਗਠੀਆ ਨਹੀਂ ਹੈ, ਕੋਈ ਸੱਟ ਨਹੀਂ ਲੱਗੀ, ਸਿਰਫ ਏਜ ਦੇ ਕਰਕੇ ਹੌਲੀ 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 ਘਟਦੀ ਕਾਰਟਿਲੇਜ ਬਿਲਕੁਲ ਖਤਮ ਹੋ ਗਈ ਤੇ ਹੱਡੀ ਦੇ ਉੱਪਰ ਹੱਡੀ ਰਗੜਨੀ ਸ਼ੁਰੂ ਕਰ ਗਈ। ਇਹਨੂੰ ਬਰਨਟ ਆਊਟ ਡਿਜ਼ੀਜ਼ ਕਹਿੰਦੇ, ਜਿਹਦੇ ਵਿੱਚ ਆਪਸ ਦੇ ਵਿੱਚ ਦੋਨੋਂ ਹੱਡੀਆਂ ਜਦੋਂ ਰਗੜਦੀਆਂ ਫਿਰ ਆਵਾਜ਼ ਵੀ ਕਰਦਾ ਹੈ ਜੋੜ, ਦਰਦ ਵੀ ਕਰਦਾ ਹੈ, ਤੇ ਵੇਟ ਬੇਅਰਿੰਗ ਦੇ ਉੱਪਰ ਜਦੋਂ ਪੇਸ਼ੈਂਟ ਚੱਲਣ ਦੀ ਕੋਸ਼ਿਸ਼ ਕਰਦਾ ਹੈ ਉਹਨੂੰ ਬਹੁਤ ਦਰਦ ਮਹਿਸੂਸ ਹੁੰਦੀ ਹੈ। ਜਦੋਂ ਇਸ ਸਟੇਜ ਨੂੰ ਵੀ ਪੇਸ਼ੈਂਟ ਬਰਦਾਸ਼ਤ ਕਰਕੇ, ਪੇਨ ਕਿਲਰ ਖਾ ਕੇ ਕਈ ਸਾਲ ਇਸ ਦੇ ਉੱਪਰ ਵੀ ਕਢਾਉਣਾ ਸ਼ੁਰੂ ਕਰ ਦਿੰਦਾ ਹੈ, ਨਿਕਾਲਣੇ ਸ਼ੁਰੂ ਕਰ ਦਿੰਦਾ ਹੈ, ਉਸ ਤੋਂ ਬਾਅਦ ਅਸੀਂ ਆਮ ਤੌਰ 'ਤੇ ਕਈ ਵਾਰ ਦੇਖਦੇ ਹਾਂ ਲੋਕਾਂ ਦੀਆਂ ਲੱਤਾਂ ਇਸ ਤਰ੍ਹਾਂ ਬੈਂਡ ਹੋਣੀਆਂ ਸਟਾਰਟ ਹੋ ਜਾਂਦੀਆਂ, ਦੋਨਾਂ ਲੱਤਾਂ ਦੇ ਵਿੱਚ ਆਪਸ ਦੇ ਵਿੱਚ ਗੈਪ ਆ ਜਾਂਦਾ ਹੈ। ਉਹਨੂੰ ਵੇਰਸ ਡਿਫਾਰਮਿਟੀ ਕਹਿੰਦੇ। ਆਪਸ ਦੇ ਵਿੱਚ ਜਦੋਂ ਦੋਨਾਂ ਲੱਤਾਂ ਦੇ ਵਿੱਚ ਗੈਪ ਆ ਗਿਆ, ਇੱਕ ਡਿਫਾਰਮਿਟੀ, ਇੱਕ ਮਕੈਨੀਕਲ ਐਕਸਿਸ ਚੇਂਜ ਹੋ ਗਈ ਲੱਤ ਦੀ, ਉਹਦੇ ਨਾਲ ਪੇਸ਼ੈਂਟ ਇਸ ਤਰ੍ਹਾਂ ਟੇਢਾ ਹੋ ਕੇ ਚੱਲਦਾ ਹੈ। ਫਿਰ ਹਰ ਵਾਰ ਇਸ ਤਰ੍ਹਾਂ ਟੇਢਾ ਚੱਲਣ ਦੇ ਨਾਲ ਬਾਕੀ ਜੋੜਾਂ ਦੇ ਉੱਪਰ, ਹਿਪਸ ਦੇ ਉੱਪਰ, ਸਪਾਈਨ ਦੇ ਉੱਪਰ, ਹਰ ਜੁਆਇੰਟ ਦੇ ਉੱਪਰ ਪ੍ਰੈਸ਼ਰ ਪੈਣ ਦੇ ਨਾਲ ਬਾਕੀ ਦਰਦਾਂ ਵੀ ਸ਼ੁਰੂ ਹੋ ਜਾਂਦੀਆਂ। ਸੋ ਦੈਟ ਇਜ਼ ਐਂਡ ਸਟੇਜ ਆਰਥਰਾਈਟਿਸ, ਜਿਹਦੇ ਵਿੱਚ ਇਸ ਟਾਈਮ 'ਤੇ ਕੋਈ ਦਵਾਈ ਜਾਂ ਕੋਈ ਇੰਜੈਕਸ਼ਨ ਜਾਂ ਕੋਈ ਫਿਜ਼ੀਓਥੈਰੇਪੀ ਇਹਦੇ ਵਿੱਚ ਮਰੀਜ਼ ਦੀ ਹੈਲਪ ਨਹੀਂ ਕਰ ਸਕਦੀ। ਹੁਣ ਇੱਕ ਸਕਸੈਸਫੁਲ ਪ੍ਰੋਸੀਜਰ ਅਵੇਲੇਬਲ ਹੈ, ਜਿਹੜਾ ਅੱਜ ਤੋਂ 20 ਸਾਲ 25 ਸਾਲ ਪਹਿਲਾਂ ਇੰਨਾ ਕਾਮਯਾਬ ਨਹੀਂ ਸੀ, ਇੰਨੀ ਟੈਕਨੋਲੋਜੀ ਅਵੇਲੇਬਲ ਨਹੀਂ ਸੀ, ਇੰਨੇ ਕੰਸਿਸਟੈਂਟ ਰਿਜ਼ਲਟਸ ਅੱਛੇ ਅਵੇਲੇਬਲ ਨਹੀਂ ਸੀ। ਪਰ ਅੱਜ ਦੀ ਡੇਟ ਦੇ ਵਿੱਚ ਨੀ ਰਿਪਲੇਸਮੈਂਟ ਇਜ਼ ਅ ਲਾਰਜਲੀ ਸਕਸੈਸਫੁਲ ਪ੍ਰੋਸੀਜਰ, ਜਿਹਦੇ ਵਿੱਚ ਸਾਨੂੰ ਇੱਕ ਫਿਕਸਡ ਪ੍ਰੋਟੋਕੋਲ ਨੂੰ ਫੋਲੋ ਕਰਨ ਦੇ ਨਾਲ ਇੱਕ ਐਕਸਪੈਕਟੇਸ਼ਨ ਹੈਗੀ ਹੈ ਕਿ ਮਰੀਜ਼ ਆਪਣਾ ਨਾਰਮਲ ਲਾਈਫ ਜੀ ਸਕਦਾ ਹੈ, ਪੇਨ ਫਰੀ, ਸਟ੍ਰੇਟ ਲੈਗਸ ਦੇ ਨਾਲ ਦੁਬਾਰਾ ਆਪਣੀ ਚਾਲ ਨਾਰਮਲ ਕਰ ਸਕਦਾ ਹੈ। ਜਿਸ ਤਰ੍ਹਾਂ ਝਟਕਾ ਲੱਗ ਕੇ ਪਿੱਠ ਨੂੰ ਕੋਈ ਨੁਕਸਾਨ ਹੋ ਰਿਹਾ ਹੈ ਜਾਂ ਬਾਕੀ ਜੋੜਾਂ ਦੇ ਉੱਪਰ ਕੋਈ ਗਲਤ ਅਸਰ ਪੈ ਰਿਹਾ, ਨੀ ਰਿਪਲੇਸਮੈਂਟ ਤੋਂ ਬਾਅਦ ਇਹ ਸਾਰੀਆਂ ਪ੍ਰੋਬਲਮਸ ਖਤਮ ਹੋ ਜਾਂਦੀਆਂ ਨੇ। ਪੇਸ਼ੈਂਟ ਪੇਨ ਕਿਲਰ ਤੋਂ ਛੁਟਕਾਰਾ ਪਾ ਸਕਦਾ ਹੈ, ਆਪਣੀ ਨਾਰਮਲ ਲਾਈਫ ਜੀ ਸਕਦਾ ਹੈ। ਦੂਸਰੀ ਗੱਲ, ਇਸ ਏਜ ਦੇ ਵਿੱਚ ਆਮ ਤੌਰ 'ਤੇ ਅਸੀਂ ਦੇਖਿਆ ਪੇਸ਼ੈਂਟਸ ਨੂੰ ਕੋਮੋਰਬਿਡਿਟੀਜ਼, ਬਾਕੀ ਬਿਮਾਰੀਆਂ ਜਿਸ ਤਰ੍ਹਾਂ ਸ਼ੂਗਰ, ਬਲੱਡ ਪ੍ਰੈਸ਼ਰ, ਇਸ ਤਰ੍ਹਾਂ ਦੀ ਚੀਜ਼ਾਂ ਜਾਂ weight gain ਓਲਡ ਏਜ ਦੇ ਵਿੱਚ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਇਟ ਇਜ਼ ਵੈਰੀ ਇੰਪੋਰਟੈਂਟ ਕਿ ਓਲਡ ਏਜ ਦੇ ਵਿੱਚ ਇੱਕ ਸੈਰ, ਇੱਕ ਆਪਣੇ ਫਰੈਂਡਸ ਨੂੰ ਮਿਲਣਾ, ਪਾਰਕ ਦੇ ਵਿੱਚ ਜਾਣਾ, ਸੋਸ਼ਲ ਲਾਈਫ ਇੱਕ ਜੀਣਾ, ਇੱਕ ਰਿਟਾਇਰਡ ਲਾਈਫ ਨੂੰ ਆਪਣੇ ਪੀਅਰਸ ਦੇ ਵਿੱਚ ਬਿਤਾਉਣਾ, ਇੱਕ ਹੈਲਦੀ ਮਾਈਂਡਸੈਟ, ਮੈਂਟਲ ਇਕੁਇਲਿਬਰੀਅਮ ਮੇਨਟੇਨ ਕਰਨ ਦੇ ਲਈ, ਪੇਨ ਕਿਲਰ ਮੁਕਤ ਲਾਈਫ ਜੀਣ ਦੇ ਲਈ ਇੱਕ ਦੂਜੇ ਨਾਲ ਮਿਲਣਾ, ਇੱਕ ਦੂਜੇ ਨਾਲ ਪਹਿਚਾਨਣਾ, ਇੱਕ ਦੂਜੇ ਨਾਲ ਵਰਤਣਾ ਜ਼ਰੂਰੀ ਹੈ। ਉਹ ਇਹ ਸਰਜਰੀ ਅੱਜ ਅਲਾਉ ਕਰਦੀ ਹੈ ਤਾਂ ਕਿ ਪੇਸ਼ੈਂਟ ਆਪਣੀ ਇੱਕ ਐਕਟਿਵ ਲਾਈਫ ਜੀ ਸਕੇ। ਬਲੱਡ ਪ੍ਰੈਸ਼ਰ ਪੇਸ਼ੈਂਟ ਨੂੰ, ਸ਼ੂਗਰ ਪੇਸ਼ੈਂਟ ਨੂੰ ਚੱਲਣਾ, ਸੈਰ ਕਰਨਾ ਜ਼ਰੂਰੀ ਹੈ। ਉਹ ਤਾਂ ਹੀ ਚੱਲ ਪਾਏਗਾ, ਤਾਂ ਹੀ ਸੈਰ ਕਰ ਪਾਏਗਾ ਜੇ ਉਹਦੇ ਗੋਡੇ ਉਹਨੂੰ ਅਲਾਉ ਕਰਨਗੇ। ਜੇ ਨੀ ਦੇ ਵਿੱਚ ਆਰਥਰਾਈਟਿਸ ਇੰਨਾ ਹੈ, ਜੇ ਲੱਤਾਂ ਟੇਢੀਆਂ ਨੇ ਕਿ ਮਰੀਜ਼ 10 ਕਦਮ ਵੀ ਚੱਲ ਨਹੀਂ ਸਕਦਾ, ਤੇ ਸ਼ੂਗਰ ਦਾ ਡਾਕਟਰ ਕਹਿੰਦਾ ਸੈਰ ਜ਼ਰੂਰ ਕਰੋ, ਤੇ ਉਹ ਕਿਵੇਂ ਕਰੇਗਾ? ਜਦੋਂ ਤੱਕ ਉਹਦੀ ਗੋਡਿਆਂ ਦਾ ਬੈਠੇ ਬੈਠੇ ਸ਼ੂਗਰ ਵੀ ਵਧੀ ਜਾਣੀ ਹੈ, ਵਜ਼ਨ ਵੀ ਵਧੀ ਜਾਣਾ ਹੈ, ਬਲੱਡ ਪ੍ਰੈਸ਼ਰ ਵੀ ਵਧੀ ਜਾਣਾ ਹੈ। ਸੋ ਜਦੋਂ ਤੱਕ ਗੋਡਿਆਂ ਦਾ ਦਰਦ ਨਹੀਂ ਜਾਏਗਾ, ਨਾ ਤਾਂ ਵਜ਼ਨ ਘਟਣਾ ਹੈ, ਨਾ ਕੁਝ ਹੋਰ ਇਸ ਤਰ੍ਹਾਂ ਦੀ ਚੀਜ਼, ਸ਼ੂਗਰ ਵਧਣੀ, ਬੀਪੀ ਵਧਣਾ ਹੈ। ਸੋ ਜਦੋਂ ਸੈਰ ਸ਼ੁਰੂ ਹੋ ਜਾਏਗੀ, ਇਹ ਸਾਰਾ ਕੁਝ ਆਪਣੇ ਆਪ ਕੰਟਰੋਲ 'ਚ ਆਏਗਾ। ਪੇਸ਼ੈਂਟ ਆਪਣੀ ਇੱਕ ਹੈਲਦੀ ਲਾਈਫ ਜੀਣ ਦੇ ਲਈ ਇਹ ਪਹਿਲਾ ਸਟੈਪ ਜ਼ਰੂਰ ਅਪਣਾ ਸਕਦਾ ਹੈ। ਮਤਲਬ ਸੈਰ ਕਾਫੀ ਬਿਮਾਰੀਆਂ ਤੋਂ ਛੁਟਕਾਰਾ ਪਵਾ ਸਕਦਾ ਹੈ। ਐਬਸੋਲੂਟਲੀ। ਜਿਹਨੂੰ ਲੋ ਇੰਟੈਂਸਿਟੀ ਕਾਰਡੀਓ ਕਹਿੰਦੇ ਆ, ਕੋਲੇਸਟ੍ਰੋਲ ਦੇ ਲਈ, ਸ਼ੂਗਰ ਦੇ ਲਈ, weight loss ਦੇ ਲਈ, ਈਵਨ ਫॉर ਮੈਂਟਲ ਹੈਲਥ, ਸਵੇਰੇ ਜਾ ਕੇ अर्ਲੀ ਮਾਰਨਿੰਗ ਵਾਕ ਦੇ ਆਪਣੇ ਹੋਰ ਬਹੁਤ ਬੈਨੀਫਿਟਸ ਨੇ। ਸੋ ਯੋਗਾ, ਮੈਡੀਟੇਸ਼ਨ, ਆਲ ਥੀਸ ਥਿੰਗਸ ਡਿਪਰੈਸ਼ਨ ਤੋਂ ਬਚਾਉਂਦੀਆਂ ਨੇ, ਮੈਂਟਲ ਡਿਜ਼ੀਜ਼ਸ ਤੋਂ ਬਚਾਉਂਦੀਆਂ ਨੇ। ਇੱਕ ਹੈਲਦੀ ਮਾਈਂਡਸੈਟ ਮੇਨਟੇਨ ਕਰਨ ਦੇ ਲਈ ਇਹ ਸਾਰੀਆਂ ਚੀਜ਼ਾਂ, ਆਪਣੇ ਸੇਮ ਹਮ ਉਮਰ ਲੋਕਾਂ ਦੇ ਵਿੱਚ ਜਾ ਕੇ ਘੁੰਮਣਾ, ਉਹਨਾਂ ਦੇ ਨਾਲ ਸੈਰ ਕਰਨੀ, ਉਹਨਾਂ ਦੇ ਨਾਲ ਹੱਸਣਾ, ਉਹਨਾਂ ਦੇ ਨਾਲ 10 ਮਿੰਟ ਬਿਤਾਣੇ ਬਹੁਤ ਇੰਪੋਰਟੈਂਟ ਨੇ ਫॉर ਐਨ ਓਲਡ ਏਜ ਪਰਸਨ। ਇੱਕ ਮੈਨੂੰ ਇਹ ਵੀ ਗੱਲ ਦੱਸੋ ਵੀ 80 ਸਾਲ ਤੋਂ ਉੱਪਰ ਵਾਲੇ ਬੰਦਿਆਂ ਨੂੰ ਨੀ ਰਿਪਲੇਸਮੈਂਟ ਕਰਾਉਣੀ ਚਾਹੀਦੀ ਕਿ ਨਹੀਂ, ਜਾਂ ਤੁਸੀਂ ਇਹੋ ਜਿਹਾ ਕੋਈ ਅੱਜ ਤੱਕ ਕੀਤਾ ਆਪਰੇਸ਼ਨ ਕਿ ਨਹੀਂ? ਜੀ, that is again a very relevant question, ਕਿਉਂਕਿ ਸਾਡੇ ਕੋਲ ਹਰ ਏਜ ਦੇ ਪੇਸ਼ੈਂਟ ਆਉਂਦੇ ਨੇ। ਸੋ ਉਸੇ ਫੰਕਸ਼ਨ ਦੀ ਜੇ ਮੈਂ ਗੱਲ ਕਰਾਂ ਜਿਹੜਾ ਅਸੀਂ ਵਿਸਾਖੀ ਦਾ ਸੰਮੇਲਨ ਕੀਤਾ, ਉਹਦੇ ਵਿੱਚ ਦ ਯੰਗੈਸਟ ਪੇਸ਼ੈਂਟ ਵੀ ਹੈਡ ਵਾਸ 38 years old, ਤੇ ਸਾਡੇ ਕੋਲ ਜਿਹੜੇ ਸਭ ਤੋਂ ਓਲਡ ਏਜ ਦੇ ਪੇਸ਼ੈਂਟ ਸੀ ਉਹਨਾਂ ਦੀ ਉਮਰ 92 ਸਾਲ ਸੀ, 92 years।
92 ਇਅਰਸ ਉਹਨਾਂ ਨੇ ਸਾਰੇ ਪੇਸ਼ੈਂਟਸ ਦੇ ਨਾਲ ਖੜੇ ਹੋ ਕੇ ਰੈਂਪ ਵਾਕ ਵੀ ਕੀਤੀ, ਭੰਗੜਾ ਵੀ ਪਾਇਆ, ਗਾਣਾ ਵੀ ਗਾਇਆ। ਉਹਨਾਂ ਦਾ ਅਸੀਂ ਤੁਹਾਨੂੰ ਦ੍ਰਿਸ਼ ਵੀ ਦਿਖਾਵਾਂਗੇ। ਐਂਡ ਏਜ ਇਜ਼ ਜਸਟ ਅ ਨੰਬਰ। ਜੇ ਮੈਡੀਕਲ ਫਿਟਨੈਸ ਹੈ, ਜੇ ਹਾਰਟ ਤੁਹਾਡਾ ਸਾਥ ਦਿੰਦਾ ਹੈ, ਜੇ ਬਲੱਡ ਦੀਆਂ ਰਿਪੋਰਟਸ ਨਾਰਮਲ ਨੇ, ਤੇ ਕਿਸੇ ਵੀ ਉਮਰ ਦੇ ਵਿੱਚ ਆਪਰੇਸ਼ਨ ਪੋਸੀਬਲ ਹੈ। 92 ਸਾਲ ਦੀ ਉਮਰ ਦਾ ਆਪਰੇਸ਼ਨ, ਦੋਨੋਂ ਗੋਡਿਆਂ ਦਾ ਆਪਰੇਸ਼ਨ ਮੈਂ ਆਪਣੇ ਆਪ ਆਪਣੀ ਹੱਥੀਂ ਇਸ ਹਸਪੀਟਲ ਦੇ ਵਿੱਚ ਕੀਤਾ, ਤੇ ਉਹਨਾਂ ਨੇ ਬਾਕੀ ਸਾਰੇ ਮਰੀਜ਼ਾਂ ਦੇ ਨਾਲ ਆਪਣੀ ਇੱਕ ਪੇਨ ਫ੍ਰੀ ਲਾਈਫ ਜੀਣ ਦਾ ਐਕਸਪੀਰੀਅੰਸ, ਪੇਨ ਫ੍ਰੀ ਲਾਈਫ ਜੀਣ ਦੀ ਸਟੋਰੀ ਸਾਡੇ ਨਾਲ ਸਾਂਝੀ ਕੀਤੀ। ਤਾਂ ਤੁਸੀਂ ਦੱਸਿਆ ਵੀ ਆਪਰੇਸ਼ਨ ਕੀਤਾ ਬੜੇ ਤੁਸੀਂ ਦੱਸਿਆ ਵੀ ਜਿਨ੍ਹਾਂ ਦੇ ਵੀਲ ਚੇਅਰ ਤੇ ਵੀ ਆਏ ਸੀ ਉਹਨਾਂ ਦਾ ਵੀ ਆਪਰੇਸ਼ਨ ਕੀਤਾ ਗਿਆ। ਤਾਂ ਜਾਣਕਾਰੀ ਵੀ ਥੋੜੀ ਜਿਹੀ ਨਾ ਅੰਤ ਚ ਮਾੜੀ ਜਿਹੀ ਵੀ ਜਾਣਕਾਰੀ ਦਿਓ ਵੀ ਆਪਰੇਸ਼ਨ ਹੁੰਦਾ ਕਿਸ ਤਰੀਕੇ ਨਾਲ, ਕਿਉਂਕਿ ਡਰ ਇੰਨਾ ਕੁ ਹੈ ਨਾ ਵੀ ਡਰ ਥੋੜਾ ਜਿਹਾ ਨਿਕਲ ਜੇ ਲੋਕਾਂ ਦਾ। ਜੀ ਐਬਸੋਲੂਟਲੀ। ਸੋ ਨੀ ਰਿਪਲੇਸਮੈਂਟ ਪ੍ਰੋਸੀਜਰ ਬੇਸਿਕਲੀ ਸਿਰਫ ਆਰਥਰਾਈਟਿਸ ਦਾ ਇੱਕ ਟ੍ਰੀਟਮੈਂਟ ਹੈ, ਜਿਹਦੇ ਵਿੱਚ ਜਿਹੜੀ ਕਾਰਟਿਲੇਜ ਡੈਮੇਜ ਹੋ ਜਾਂਦੀ ਹੈ ਉਹਨੂੰ ਬਿਲਕੁਲ ਪਤਲੇ ਇੱਕ ਸੌ ਬਲੇਡ ਦੇ ਨਾਲ ਰਿਮੂਵ ਕੀਤਾ ਜਾਂਦਾ ਹੈ। ਉਸ ਦੇ ਉੱਪਰ ਇੱਕ ਫਲੈਟ ਸਰਫੇਸ ਅਟੇਨ ਕਰਕੇ ਸੀਮੈਂਟ ਦੇ ਨਾਲ ਇੱਕ ਇੰਪਲਾਂਟ ਫਿਕਸ ਕਰ ਦਿੱਤਾ ਜਾਂਦਾ ਹੈ। ਇਹਦੇ ਵਿੱਚ ਕੋਈ ਸਕਰੂ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ, ਸੀਮੈਂਟ ਦੇ ਨਾਲ ਔਨ ਟੇਬਲ ਫਿਕਸੇਸ਼ਨ ਸਾਡੇ ਕੋਲ ਆ ਜਾਂਦੀ ਹੈ। ਉਹਦੇ ਨਾਲ ਜਿਹੜੇ ਸਰਜੀਕਲ ਸਟੈਪਸ ਹੁੰਦੇ ਨੇ ਉਹਦੇ ਨਾਲ ਲੱਤ ਉਸ ਟਾਈਮ ਆਪਰੇਸ਼ਨ ਦੇ ਦੌਰਾਨ ਸਿੱਧੀ ਕੀਤੀ ਜਾਂਦੀ ਹੈ। ਲੱਤ ਸਿੱਧੀ ਹੋਣ ਦੇ ਨਾਲ ਕੰਪਲੀਟ ਜਿੰਨਾ ਗੋਡਾ ਮੁੜਦਾ ਹੈ ਉਸ ਤੋਂ ਬਾਅਦ ਸਿੱਧਾ ਹੁੰਦਾ ਹੈ। ਪੇਸ਼ੈਂਟ ਜਦੋਂ ਬਾਹਰ ਆਉਂਦਾ ਹੈ ਤਾਂ ਸਿੱਧੀ ਲੱਤ ਦੇ ਨਾਲ ਆਉਂਦਾ ਹੈ। 1 ਘੰਟੇ ਦੇ ਕਰੀਬ ਦਾ ਇਹ ਆਪਰੇਸ਼ਨ ਹੈ, ਜਿਹਦੇ ਵਿੱਚ ਟੋਟਲ ਨੀ ਰਿਪਲੇਸਮੈਂਟ ਕਰਾਉਣ ਤੋਂ ਬਾਅਦ ਪੇਸ਼ੈਂਟ ਦੀ ਡਿਫਾਰਮਿਟੀ ਕਰੈਕਸ਼ਨ ਵੀ ਉਸ ਆਪਰੇਸ਼ਨ ਦਾ ਪਾਰਟ ਹੈ, ਆਰਥਰਾਈਟਿਸ ਦਾ ਟ੍ਰੀਟਮੈਂਟ ਵੀ ਉਸ ਆਪਰੇਸ਼ਨ ਦਾ ਪਾਰਟ ਹੈ, ਤਾਂ ਕਿ ਅਗਲੇ ਦਿਨ ਤੋਂ ਪੇਸ਼ੈਂਟ ਪੂਰਾ ਵੇਟ ਪਾ ਕੇ ਉਹਦੇ 'ਤੇ ਖੜਾ ਹੋ ਸਕਦਾ ਹੈ। ਫਿਕਸੇਸ਼ਨ ਸਾਡੀ ਡਿਊਰਿੰਗ ਆਪਰੇਸ਼ਨ ਥੀਏਟਰ ਖਤਮ ਹੋਣ ਤੋਂ ਪਹਿਲਾਂ ਫਿਕਸੇਸ਼ਨ ਹੋ ਜਾਂਦੀ ਹੈ। ਅਗਲੇ ਦਿਨ ਤੋਂ ਪੇਸ਼ੈਂਟ ਪੂਰਾ ਵੇਟ ਪਾਉਣ ਜੋਗਾ ਉਹਦੇ 'ਤੇ ਕੈਪੇਬਿਲਿਟੀ ਰੱਖਦਾ ਹੈ। ਸੋ ਜਦੋਂ ਇੰਪਲਾਂਟ ਇੱਕ ਵਾਰ ਕਰ ਦਿੱਤਾ ਜਾਂਦਾ ਹੈ ਗੋਡੇ ਨੂੰ, ਉਹਦੇ ਵਿੱਚ ਇੱਕ ਪੋਲੀ ਹੁੰਦੀ ਹੈ, ਇੱਕ ਪਲਾਸਟਿਕ ਦਾ ਇਨਸਰਟ ਹੁੰਦਾ ਹੈ। ਉਸ ਪੋਲੀ ਦੇ ਕਿਸਮ ਦੇ ਨਾਲ ਇਹ ਡਿਸਾਈਡ ਹੁੰਦਾ ਕਿ ਉਸ ਗੋਡੇ ਨੇ ਕਿੰਨੀ ਦੇਰ ਲਈ ਚੱਲਣਾ ਹੈ, ਮਰੀਜ਼ ਦੇ ਨਾਲ ਕਿੰਨਾ ਉਹਦਾ ਸਾਥ ਦੇਣਾ ਹੈ। ਅੱਜ ਕੱਲ੍ਹ ਜਿਹੜੀਆਂ ਹੁਣ ਸਾਡੇ ਕੋਲ ਬਹੁਤ ਹਾਈਲੀ ਕ੍ਰਾਸ ਲਿੰਕਡ ਪੋਲੀਐਥੀਲੀਨਸ ਅਵੇਲੇਬਲ ਨੇ, ਜਿਹੜੀ ਟੈਕਨੋਲੋਜੀ ਇੰਪਰੂਵ ਹੋਣ ਦੇ ਨਾਲ ਵਿਟਾਮਿਨ ਈ ਇਨਫਿਊਜ਼ਡ ਪੋਲੀਐਥੀਲੀਨਸ ਅਵੇਲੇਬਲ ਨੇ, ਉਹਨਾਂ ਦੀ ਲਾਈਫ ਈਵਨ 30 ਇਅਰਸ ਐਂਡ ਬਿਯੋਂਡ ਕੰਪਨੀਆਂ ਕਲੇਮ ਕਰਦੀਆਂ। 30 ਇਅਰਸ 30 ਸਾਲ। ਜਿਹੜਾ ਇੱਕ 30 ਸਾਲ ਦਾ ਵਿਅਕਤੀ, ਜਿਵੇਂ ਕਹਿੰਦੇ ਆ ਛੋਟੀ ਏਜ 'ਚ ਨਹੀਂ ਕਰਾਉਣਾ ਚਾਹੀਦਾ, 30 ਸਾਲ ਦਾ ਵਿਅਕਤੀ ਕਰਾ ਰਿਹਾ ਤਾਂ 60 ਸਾਲ ਤੱਕ ਭੁੱਲ ਜਾਵੇ, ਕੋਈ ਟੈਨਸ਼ਨ ਲੈਣ ਦੀ ਲੋੜ। ਐਂਡ ਸੈਕੰਡਲੀ ਦਿਸ ਇਜ਼ ਇਨ ਅ ਲੈਬ ਸੈਟਿੰਗ। ਸੋ ਰਿਸਰਚ ਇਹ ਦਿਖਾਉਂਦੀ ਹੈ ਕਿ ਬਹੁਤ ਜ਼ਿਆਦਾ 30 ਸਾਲ ਤੱਕ ਉਹ ਗੋਡਾ ਸੇਮ, ਜੇ ਅਸੀਂ ਉਹਨੂੰ ਡੇਲੀ ਓਨਾ ਹੀ ਯੂਜ਼ ਕਰਾਂਗੇ ਤੇ 30 ਸਾਲ ਉਹ ਚੱਲੇਗਾ। ਬਟ ਐਕਚੁਅਲੀ ਇਨ ਰਿਐਲਿਟੀ ਇਫ ਯੂ ਥਿੰਕ ਅਬਾਊਟ ਇਟ, ਦ ਲਾਈਫ ਇਜ਼ ਈਵਨ ਲੌਂਗਰ। ਉਹਦੀ ਲਾਈਫ ਹੋਰ ਵੀ ਜ਼ਿਆਦਾ ਹੈ, ਕਿਉਂਕਿ ਜਿੰਨਾ ਕਿ ਕੋਈ 50 ਸਾਲ ਦੇ ਵਿੱਚ ਮਰੀਜ਼ ਐਕਟਿਵ ਹੈ, ਉਹ 75 ਜਾਂ 70 ਸਾਲ ਦੇ ਵਿੱਚ ਉਹਨਾਂ ਐਕਟਿਵ ਨਹੀਂ ਹੁੰਦਾ। ਉਹਦੇ ਉੱਪਰ ਗੋਡੇ ਦੇ ਉੱਪਰ ਡਿਮਾਂਡ ਘੱਟ ਜਾਂਦੀ ਹੈ, ਮੋਰ ਹੋਮ ਬਾਉਂਡ ਹੋ ਜਾਂਦਾ, ਇੰਨੀ ਭੱਜ ਦੌੜ ਨਹੀਂ ਰਹਿੰਦੀ, ਨਾ ਹੀ ਜ਼ਰੂਰਤ ਹੁੰਦੀ ਇਸ ਉਮਰ ਦੇ ਵਿੱਚ। ਸੋ ਇਫੈਕਟਿਵਲੀ ਨੀ ਦੇ ਉੱਪਰ ਡਿਮਾਂਡ ਘਟਣ ਦੇ ਨਾਲ ਉਹਦੀ ਲਾਈਫ ਹੋਰ ਜ਼ਿਆਦਾ ਹੋ ਜਾਂਦੀ ਹੈ। ਸੋ ਇਟਸ ਅ ਵਨਸ ਇਨ ਅ ਲਾਈਫ ਟਾਈਮ ਪ੍ਰੋਸੀਜਰ ਵਿਦ ਦੀ ਕਰੰਟ ਇੰਪਲਾਂਟਸ ਅਵੇਲੇਬਲ, ਜਿਹੜੇ ਸਾਡੇ ਕੋਲ ਹੁਣ ਬਹੁਤ ਅੱਛੀ ਕੰਪਨੀਜ਼ ਦੇ ਬੜੇ ਅੱਛੇ ਇੰਪਲਾਂਟ ਅਵੇਲੇਬਲ ਨੇ। ਐਂਡ ਇਸ ਤਰ੍ਹਾਂ ਦਾ ਕੋਈ ਇੰਪਲਾਂਟ ਐਸਾ ਨਹੀਂ ਅੱਜ ਜਿਹੜਾ ਕਿ ਅਮਰੀਕਾ ਜਾਂ ਯੂਰਪ 'ਚ ਮੌਜੂਦ ਹੈ ਤੇ ਸਾਡੇ ਕੋਲ ਹਿੰਦੁਸਤਾਨ 'ਚ ਨਹੀਂ। ਵੀ ਹੈਵ ਐਕਸੈਸ ਟੂ ਦ ਬੈਸਟ ਆਫ ਟੈਕਨੋਲੋਜੀ। ਸਾਡੇ ਕੋਲ ਸਾਰੇ ਅੱਛੀ ਕੰਪਨੀਜ਼ ਦੇ ਅੱਛੇ ਇੰਪਲਾਂਟਸ, ਪੂਰਾ ਪੋਰਟਫੋਲੀਓ ਇੱਥੇ ਮੌਜੂਦ ਹੈ। ਜਿਹੜੀ ਟ੍ਰੀਟਮੈਂਟ ਅੱਜ ਮੈਂ ਆਪਣੇ ਪੇਸ਼ੈਂਟਸ ਨੂੰ ਆਫਰ ਕਰ ਸਕਦਾ, ਉਹੀ ਟ੍ਰੀਟਮੈਂਟ ਅਮਰੀਕਾ ਦੇ ਵਿੱਚ ਕੋਈ ਵੀ ਆਰਥੋਪੈਡਿਕ ਸਰਜਨ ਆਪਣੇ ਪੇਸ਼ੈਂਟ ਨੂੰ ਆਫਰ ਕਰਦਾ ਹੈ। ਬਾਹਰੋਂ ਕੋਈ ਪੇਸ਼ੈਂਟ ਆਇਆ? ਜੀ, ਸਾਡੇ ਕੋਲ ਕਾਫੀ ਪੇਸ਼ੈਂਟ ਨੇ ਜਿਹੜੇ ਕਿ ਕੈਨੇਡਾ ਤੋਂ, ਆਸਟ੍ਰੇਲੀਆ ਤੋਂ, ਅਮਰੀਕਾ ਤੋਂ ਆਪਰੇਸ਼ਨ ਕਰਾ ਕੇ ਜਾਂਦੇ ਨੇ। ਇਨਫੈਕਟ ਦੇਰ ਇਜ਼ ਅ ਪੇਸ਼ੈਂਟ ਵੈਰੀ ਕਲੋਜ਼ ਟੂ ਮੀ ਨਾਓ। ਉਹਨਾਂ ਦਾ ਪਹਿਲਾ ਆਪਰੇਸ਼ਨ ਇੱਕ ਅਮਰੀਕਾ ਦੇ ਵਿੱਚ ਹੋਇਆ ਸੀ, ਤੇ ਉਹਨਾਂ ਦੇ ਇੱਕ ਰਿਸ਼ਤੇਦਾਰ ਦੀ ਸਰਜਰੀ ਮੇਰੇ ਕੋਲ ਹੋਈ ਸੀ, ਤੇ ਉਹਨਾਂ ਨੇ ਉਹਨਾਂ ਦੀ ਰეკਮੈਂਡੇਸ਼ਨ 'ਤੇ ਆ ਕੇ ਦੂਸਰਾ ਗੋਡਾ ਆਪਣਾ ਮੇਰੇ ਕੋਲ ਪਵਾਇਆ। ਸ਼ੀ ਲਿਵਸ ਇਨ ਕੈਲੀਫੋਰਨੀਆ। ਤੇ ਜਦੋਂ ਮੇਰੇ ਕੋਲ ਆਏ ਤੇ ਉਹਨਾਂ ਨੇ ਕਿਹਾ, ਡਾਕਟਰ ਸਾਹਿਬ ਮੈਂ ਸ਼ਰਤ ਤੇ ਇਸ ਤੇ ਕਰਾਉਣਾ ਆਪਰੇਸ਼ਨ, ਜੇ ਮੈਂ ਪਹਿਲਾਂ ਆਪਣੀ ਜਵਾਨੀ ਦੇ ਵਿੱਚ ਵਾਈਟ ਜੀਨ ਪਾਉਂਦੀ ਹੁੰਦੀ ਸੀ, ਅੱਛਾ ਮੈਂ ਵਾਈਟ ਜੀਨ ਦੁਬਾਰਾ ਪਾਣੀ ਹੈ ਤੇ ਮੈਨੂੰ ਲੱਤ ਮੇਰੀ ਸਿੱਧੀ ਚਾਹੀਦੀ ਹੈ। ਤੇ ਆਈ ਟੁਕ ਅਪ ਦੈਟ ਚੈਲੰਜ ਐਂਡ ਹਰ ਸਰਜਰੀ ਵੈਂਟ ਥਰੂ ਵੈਰੀ ਵੈਲ। ਐਂਡ ਆਪਰੇਸ਼ਨ ਤੋਂ 1.25 ਮਹੀਨੇ ਬਾਅਦ ਉਹ ਅਮਰੀਕਾ ਫਲਾਈ ਕਰਕੇ ਵਾਪਸ ਵੀ ਚਲੇ ਗਏ। ਤੇ ਉਸ ਤੋਂ ਕਰੀਬ 1 ਮਹੀਨੇ ਬਾਅਦ ਮੈਨੂੰ ਉਹਨਾਂ ਨੇ ਵਾਈਟ ਜੀਨ ਦੇ ਵਿੱਚ ਉਹ ਫੋਟੋ ਖਿੱਚ ਕੇ ਭੇਜੀ। ਤੇ ਅੱਜ ਵੀ ਸਾਡੇ ਨਾਲ ਬਹੁਤ ਪਿਆਰ ਨਾਲ ਜੁੜੇ ਹੋਏ ਨੇ। ਉਹਨਾਂ ਦੇ ਕਈ ਰਿਸ਼ਤੇਦਾਰ ਆ ਕੇ ਸਾਡੇ ਕੋਲ ਆਪਰੇਸ਼ਨ ਕਰਾ ਕੇ ਗਏ। ਐਂਡ ਕੈਲੀਫੋਰਨੀਆ, ਓਨਟਾਰੀਓ, ਵੈਂਕੂਵਰ, ਹਰ ਜਗ੍ਹਾ ਤੋਂ ਆ ਕੇ ਆਪਰੇਸ਼ਨ ਕਰਾ ਕੇ ਪੇਸ਼ੈਂਟ ਇੱਥੋਂ ਜਾਂਦੇ ਨੇ। ਪਰ ਉੱਥੇ ਤਾਂ ਮੈਡੀਕਲ ਇੰਨੀ ਐਡਵਾਂਸ ਹੈ, ਟੈਕਨੋਲੋਜੀ ਇੰਨੀ ਐਡਵਾਂਸ ਹੈ, ਫਿਰ ਤੁਹਾਡੇ ਕੋਲ ਕਿਉਂ ਆਉਂਦੇ? ਸੋ ਦ ਡਿਫਰੈਂਸ ਇਜ਼ ਰਿਸਰਚ। ਸੋ ਦੋਜ਼ ਕੰਟਰੀਜ਼ ਸਪੈਂਡ ਅ ਲੋਟ ਆਫ ਮਨੀ ਔਨ ਰਿਸਰਚ। ਸੋ ਜਿਹੜਾ ਵੀ ਕੋਈ ਇਵੋਲਵਮੈਂਟ ਹੁੰਦੀ ਹੈ, ਜਿਸ ਤਰ੍ਹਾਂ ਇੰਪਲਾਂਟ ਦੇ ਵਿੱਚ ਕੋਈ ਐਵੋਲਿਊਸ਼ਨ ਹੋ ਰਹੀ ਹੈ ਜਾਂ ਕਿਸੇ ਵੀ ਚੀਜ਼ ਦੇ ਉੱਪਰ, ਉਹ ਐਵੋਲਿਊਸ਼ਨ ਪਾਸ ਔਨ ਸਾਨੂੰ ਵੀ ਹੁੰਦੀ ਹੈ। ਸੋ ਦੈਟ ਸੇਮ ਟੈਕਨੋਲੋਜੀ ਸਾਨੂੰ ਅਵੇਲੇਬਲ ਕਰਾਈ ਗਈ ਹੈ, ਸਾਨੂੰ ਉਹ ਸੇਮ ਇੰਪਲਾਂਟ, ਸੇਮ ਮਟੀਰੀਅਲਸ ਅਵੇਲੇਬਲ ਨੇ। ਸਾਡੀ ਜਿਹੜੀ ਟ੍ਰੇਨਿੰਗ ਹੈ, ਸੋ ਆਈ ਹੈਵ ਬੀਨ ਲੱਕੀ ਟੂ ਹੈਵ ਟ੍ਰੇਨਡ ਇਨ, ਮੇਰੀ MCH ਔਰਥ ਐਡਨਬਰਾ ਦੀ ਹੈ, UK ਦੀ।
ਉਸ ਤੋਂ ਬਾਅਦ ਮੈਂ ਫੈਲੋਸ਼ਿਪ ਕਰਨ ਜਰਮਨੀ ਹੋਰ ਕਈ ਦੇਸ਼ਾਂ ਦੇ ਵਿੱਚ ਗਿਆ, ਉੱਥੋਂ ਸਿੱਖ ਕੇ ਆਏ ਇੰਪਲਾਂਟਸ ਕਿਸ ਤਰ੍ਹਾਂ ਯੂਜ਼ ਕਰਨੇ ਨੇ। ਟ੍ਰੇਨਿੰਗ ਦੇ ਵਿੱਚ ਇਹ ਸਿਖਾਇਆ ਗਿਆ ਕਿ ਕਿਹੜੇ ਪ੍ਰੋਟੋਕਾਲ ਦੇ ਨਾਲ ਪੇਸ਼ੈਂਟ ਦੀ ਰਿਕਵਰੀ ਦੇ ਵਿੱਚ ਹੈਲਪ ਕਰਨ ਦੇ ਲਈ ਕਿਹੜੇ ਦਿਨ ਫਿਜ਼ੀਓਥੈਰੇਪੀ ਕਰਨੀ ਹੈ, ਕਿਸ ਤਰ੍ਹਾਂ ਕਰਨੀ ਹੈ, ਕਿੰਨਾ ਗੋਡਾ ਮੋੜਨਾ ਹੈ, ਕਦੋਂ ਮੋੜਨਾ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਜਿਹੜੀ ਸਾਰੀ ਟੀਚਿੰਗ ਹੈ, ਸਾਨੂੰ ਵੈਸਟ ਜ਼ਿਆਦਾ ਸਿਖਾਉਂਦਾ ਬਿਕੋਜ਼ ਉੱਥੇ ਰਿਸਰਚ ਜ਼ਿਆਦਾ ਹੈ। ਬਟ ਆਲ ਆਫ ਦੈਟ ਜੇ ਅਸੀਂ ਉੱਥੋਂ ਸਿੱਖ ਕੇ ਆਈਏ, ਜਿਸ ਤਰ੍ਹਾਂ ਮੈਂ ਸਿੱਖ ਕੇ ਆਇਆ, ਉਹ ਸਾਰੀ ਟੈਕਨੋਲੋਜੀ ਸਾਡੇ ਕੋਲ ਇੱਥੇ ਅਵੇਲੇਬਲ ਹੈ ਜੋ ਕੰਪਨੀਜ਼ ਨੇ ਸਾਨੂੰ ਪ੍ਰੋਵਾਈਡ ਕੀਤੀ, ਬਿਗ ਕੰਪਨੀਜ਼, ਮਲਟੀ ਮਿਲੀਅਨ ਡਾਲਰ ਕੰਪਨੀਜ਼। ਉਹਨਾਂ ਦੀ ਰਿਸਰਚ ਦੇ ਉੱਪਰ ਉਹ ਫਾਇਦਾ ਅਸੀਂ ਆਪਣੇ ਪੇਸ਼ੈਂਟ ਨੂੰ ਡਾਇਰੈਕਟਲੀ ਪਾਸ ਔਨ ਕਰ ਪਾ ਰਹੇ ਐਂਡ ਐਟ ਅ ਫ੍ਰੈਕਸ਼ਨ ਆਫ ਦ ਕਾਸਟ। ਸੋ ਕਿਉਂ ਪੇਸ਼ੈਂਟ ਉੱਥੋਂ ਆ ਕੇ ਇੱਥੇ ਕਰਾ ਕੇ ਜਾਂਦਾ ਹੈ? ਉਹਦਾ ਇੱਕ ਬਹੁਤ ਵੱਡਾ ਰੀਜ਼ਨ ਹੈ ਕਾਸਟ, ਸੈਕੰਡ ਇੱਕ ਰੀਜ਼ਨ ਹੈ ਵੇਟ ਲਿਸਟ। ਸੋ ਕੈਨੇਡਾ ਦੇ ਵਿੱਚ ਜਾਂ ਯੂਕੇ ਦੇ ਵਿੱਚ ਕਈ ਪੇਸ਼ੈਂਟਸ ਨੂੰ 2 ਸਾਲ ਜਾਂ 2.5 ਸਾਲ ਦੀ ਵੇਟ ਲਿਸਟ ਦੇ ਉੱਪਰ ਵੇਟ ਕਰਨਾ ਪੈਂਦਾ ਟੂ ਗੈਟ ਅ ਨੀ ਰਿਪਲੇਸਮੈਂਟ ਸਰਜਰੀ ਡਨ। ਜੇ ਅੱਜ ਉਹਨੂੰ ਨੀ ਰਿਪਲੇਸਮੈਂਟ ਦੀ ਜ਼ਰੂਰਤ ਹੈ ਤਾਂ ਉਹਨੂੰ ਕਈ ਵਾਰ 2 ਸਾਲ ਦੇ ਬਾਅਦ ਦੀ ਡੇਟ ਮਿਲਦੀ ਹੈ। 2 ਸਾਲਾਂ ਤੱਕ ਦਾ ਹਾਲ ਵੇਟ ਲਿਸਟ ਹੈ ਤੇ ਉਦੋਂ ਤੱਕ ਗੋਡੇ ਦੀ ਸ਼ਕਲ ਬਦਲ ਜਾਂਦੀ ਹੈ ਐਂਡ ਦ ਪੇਸ਼ੈਂਟ ਹੈਜ਼ ਟੂ ਲਿਵ ਦੋਸ 2 ਇਅਰਸ ਇਨ ਪੇਨ। ਸੋ ਨੰਬਰ 1 ਦੈਟ ਆਪਸ਼ਨ, ਸਿੰਸ ਇੰਡੀਅਨ ਹੈਲਥ ਕੇਅਰ ਸਿਸਟਮ ਦੈਟ ਵੇਜ਼ ਇਜ਼ ਵੈਰੀ ਗੁੱਡ, ਐਕਸੈਸਿਬਿਲਿਟੀ ਬਹੁਤ ਹੈਗੀ ਹੈ, ਸਿੱਧਾ ਅਸੀਂ ਸਪੈਸ਼ਲਿਸਟ ਕੋਲ ਜਾ ਕੇ ਆਪ ਮਿਲ ਸਕਦੇ ਹਾਂ। ਇਟ ਇਜ਼ ਨਾਟ ਥਰੂ ਅ ਰੈਫਰਲ ਸਿਸਟਮ। ਜਿਸ ਤਰ੍ਹਾਂ ਉੱਥੋਂ ਇੱਕ ਪਹਿਲਾਂ ਜਿਹਨੂੰ ਅਸੀਂ ਜੀਪੀ ਕਹਿ ਦਿੰਦੇ ਹਾਂ ਜਾਂ ਫੈਮਿਲੀ ਪ੍ਰੈਕਟੀਸ਼ਨਰ ਕਹਿ ਦਿੰਦੇ ਹਾਂ, ਉਹ ਪਹਿਲਾਂ ਰੈਫਰ ਕਰੇਗਾ ਆਰਥੋਪੈਡਿਕ ਸਰਜਨ ਨੂੰ। ਸੋ ਉਹ ਸਿਸਟਮ ਥੋੜਾ ਉਹਨਾਂ ਦਾ ਕੰਬਰਸਮ ਹੈ। ਸੈਕੰਡ ਬਿਗ ਰੀਜ਼ਨ ਇਜ਼ ਕਾਸਟ। ਸੋ ਜਿਹੜੇ ਕਿਸੇ ਪੇਸ਼ੈਂਟਸ ਕੋਲ ਉੱਥੇ ਇੰਸ਼ੋਰੈਂਸ ਨਹੀਂ ਅਵੇਲੇਬਲ ਜਾਂ ਗਵਰਨਮੈਂਟ ਕਵਰ ਨਹੀਂ ਅਵੇਲੇਬਲ, ਉਹਨਾਂ ਦੇ ਲਈ ਨੀ ਰਿਪਲੇਸਮੈਂਟ ਵਰਗੀ ਮਹਿੰਗੀ ਸਰਜਰੀ ਕਰਵਾਉਣਾ ਉੱਥੇ ਬਿਲਕੁਲ ਅਨਅਫੋਰਡੇਬਲ ਹੈ। ਉਹਨੇ ਖਰਚੇ ਦੇ ਵਿੱਚ, ਉਸ ਤੋਂ ਘੱਟ ਖਰਚੇ ਦੇ ਵਿੱਚ ਉਹ ਇੰਡੀਆ ਦੀ ਟਿਕਟ ਲੈ ਕੇ ਆ ਵੀ ਜਾਂਦੇ ਨੇ, ਆਪਰੇਸ਼ਨ ਵੀ ਕਰਾ ਜਾਂਦੇ ਨੇ, ਰਿਸ਼ਤੇਦਾਰਾਂ ਨੂੰ ਵੀ ਮਿਲ ਜਾਂਦੇ ਨੇ, 1-2 ਸ਼ਹਿਰ ਵੀ ਘੁੰਮ ਜਾਂਦੇ ਨੇ, ਫਿਰ ਵੀ ਪੈਸੇ ਬਚਾ ਜਾਂਦੇ ਨੇ। ਸੋ ਇਫ ਆਪਰੇਸ਼ਨ ਤੋਂ ਬਾਅਦ 1-2 ਸ਼ਹਿਰ ਘੁੰਮ ਆਉਂਦੇ। ਬਿਲਕੁਲ। ਸੋ ਸਾਡੇ ਕੋਲ ਕਈ ਪੇਸ਼ੈਂਟ ਇਸ ਤਰ੍ਹਾਂ ਦੇ ਨੇ ਜਿਹੜੇ ਕਿ ਟਿਕਟ ਲੈ ਕੇ ਆਉਂਦੇ ਨੇ ਕਿ 1.5 ਮਹੀਨੇ ਦੀ, 15-20 ਦਿਨ ਆਪਰੇਸ਼ਨ ਤੋਂ ਬਾਅਦ ਦੈਨ ਦੇ ਗੋ ਟਰੈਵਲ ਟੂ देयर ਨੇਟਿਵ ਪਲੇਸ, ਵਾਗਾ ਬਾਰਡਰ ਘੁੰਮੇ, ਗੋਲਡਨ ਕੁਆਡਰੀਲੈਟਰਲ ਆਗਰਾ ਦੇਖਿਆ, ਜੈਪੁਰ ਦੇਖਿਆ, ਦਿੱਲੀ ਤੋਂ ਫਲਾਈਟ ਲੈ ਕੇ ਵਾਪਸ ਗਏ। ਟੋਟਲ ਡਿਊਰੇਸ਼ਨ 1.5 month and not one but many patients like this. ਵੈਸੇ ਤਾਂ ਮੈਂ ਪਿਛਲੇ ਕੁਐਸਚਨ 'ਚ ਕਿਹਾ ਸੀ ਅੰਤਲਾ ਕੁਐਸਚਨ ਹੈ, ਪਰ ਤੁਹਾਡੀ ਗੱਲਾਂ 'ਚੋਂ ਇੱਕ ਸਵਾਲ ਨਿਕਲ ਆਇਆ। ਤੁਸੀਂ ਫਿਜ਼ੀਓਥੈਰੇਪੀ ਦੀ ਗੱਲ ਕੀਤੀ ਤਾਂ ਅਕਸਰ ਨਾ ਅਸੀਂ ਸੁਣਿਆ ਵੀ ਆਪਰੇਸ਼ਨ ਕਰਾਉਣ ਤੋਂ ਬਾਅਦ ਕਰਾਉਣੀ ਪੈਂਦੀ ਹੈ, ਬਟ ਤੁਸੀਂ ਇੱਕ ਗੱਲ ਵਿੱਚ ਹੀ ਵੀਡੀਓ ਦੇ ਕਹੀ ਸੀ ਵੀ ਬੰਦਾ ਸਿੱਧਾ ਗੋਡਾ ਲੈ ਕੇ ਬਾਹਰ ਆਉਂਦਾ ਜਦੋਂ ਆਪਰੇਸ਼ਨ ਕਰਾ ਕੇ ਆਉਂਦਾ। ਜੀ। ਸੋ ਫਿਜ਼ੀਓਥੈਰੇਪੀ ਇਨ ਮਾਈ ਮਾਈਂਡ 2 ਜਗ੍ਹਾ ਤੇ ਰੋਲ ਪਲੇ ਕਰਦੀ ਹੈ। ਇੱਕ ਰੀਹੈਬਿਲਿਟੇਸ਼ਨ, ਆਪਰੇਸ਼ਨ ਹੋਣ ਤੋਂ ਬਾਅਦ ਜਦੋਂ ਪੇਸ਼ੈਂਟ ਨੇ ਆਪਣੀ ਰਿਕਵਰੀ ਪੀਰੀਅਡ ਦੇ ਵਿੱਚ ਆਉਣਾ ਹੈ, ਇੱਕ ਉਹ ਵਾਲੀ ਫਿਜ਼ੀਓਥੈਰੇਪੀ। ਬਟ ਇੱਕ ਜਿਹੜੀ ਚੀਜ਼ ਅਸੀਂ ਇੰਡੀਆ ਦੇ ਵਿੱਚ ਜ਼ਿਆਦਾ ਕਰਕੇ ਨੈਗਲੈਕਟ ਕਰ ਰਹੇ ਹਾਂ, ਦੈਟ ਇਜ਼ ਪ੍ਰੀਹੈਬਿਲਿਟੇਸ਼ਨ। ਪ੍ਰੀਹੈਬਿਲਿਟੇਸ਼ਨ ਇੱਕ ਇਸ ਤਰ੍ਹਾਂ ਦੀ ਫਿਜ਼ੀਓਥੈਰੇਪੀ ਹੈ ਜਿਹੜੀ ਆਪਰੇਸ਼ਨ ਤੋਂ ਹਫਤਾ, 10 ਦਿਨ, 15 ਦਿਨ, 1 ਮਹੀਨਾ ਪਹਿਲਾਂ ਕਰਨੀ ਚਾਹੀਦੀ ਹੈ। ਸੋ ਉਹਦੇ ਵਿੱਚ ਇੱਕ ਹਲਕਾ ਜਿਹਾ ਆਇਰਨ, ਹਲਕੀ ਜਿਹੀ ਕੈਲਸ਼ੀਅਮ ਉਹਦਾ ਪਾਰਟ ਹੈ ਤਾਂ ਕਿ ਥੋੜਾ ਹੀਮੋਗਲੋਬਿਨ ਬਿਲਡਅਪ ਹੋਏ, ਥੋੜੀ ਜੀ ਜੁਆਇੰਟ ਦੇ ਵਿੱਚ ਮੋਬਿਲਿਟੀ ਪਹਿਲਾਂ ਤੋਂ ਆਏ, ਥੋੜਾ ਮਸਲ ਸਟਰੈਂਥ ਦੇ ਉੱਪਰ ਅਸੀਂ ਪਹਿਲਾਂ ਤੋਂ ਫੋਕਸ ਕਰਨਾ ਸ਼ੁਰੂ ਕਰੀਏ। ਜੁਆਇੰਟ ਦੀ ਜਿਹਨੂੰ ਅਸੀਂ ਪਲਾਇਬਿਲਿਟੀ ਕਹਿੰਦੇ ਹਾਂ, ਉਹਦਾ ਮੁੜਨਾ ਕਹਿੰਦੇ ਹਾਂ। ਇੱਕ ਪ੍ਰੀਹੈਬਿਲਿਟੇਸ਼ਨ ਪ੍ਰੋਟੋਕਾਲ ਅਲੱਗ ਅਸੀਂ ਫੋਲੋ ਕਰਦੇ ਹਾਂ, ਜਿਹਦੇ ਨਾਲ ਕਿ ਉਹ ਪੇਸ਼ੈਂਟ ਜਿਹਨੇ ਸਪੋਜ਼ 2 ਹਫ਼ਤੇ ਬਾਅਦ ਆਪਰੇਸ਼ਨ ਕਰਾਉਣਾ ਹੈ, ਉਹ 10 ਦਿਨ ਫਿਜ਼ੀਓਥੈਰੇਪੀ ਪਹਿਲਾਂ ਹੋਏ, ਆਪਰੇਸ਼ਨ ਤੋਂ ਬਾਅਦ ਇੱਕ ਰਿਕਵਰੀ ਜ਼ਿਆਦਾ ਕੁਇਕ ਹੋਏਗੀ। ਇੱਕ ਪੇਸ਼ੈਂਟ ਨੂੰ ਉਸ ਫਿਜ਼ੀਓਥੈਰੇਪੀ ਐਕਸਰਸਾਈਜ਼ਸ ਦੇ ਨਾਲ ਆਲਰੇਡੀ ਫੈਮਿਲਿਅਰਿਟੀ ਹੋਏਗੀ, ਉਹਨੂੰ ਪਤਾ ਹੋਏਗਾ ਕਿ ਕਿਸ ਤਰ੍ਹਾਂ ਦੀ ਐਕਸਰਸਾਈਜ਼ਸ ਮੈਂ ਪਹਿਲਾਂ ਵੀ ਕੀਤੀਆਂ ਨੇ, ਮੈਂ ਹੁਣ ਵੀ ਕਰਨੀਆਂ ਨੇ। ਤੀਸਰਾ, ਇੱਕ ਬਹੁਤ ਵੱਡੀ ਇਨਕਰੇਜਮੈਂਟ ਮਿਲਦੀ ਹੈ ਕਿਉਂਕਿ ਜਦੋਂ ਪਹਿਲਾਂ ਉਹ ਐਕਸਰਸਾਈਜ਼ ਕਰ ਰਿਹਾ ਸੀ ਉਦੋਂ ਉਹਨੂੰ ਦਰਦ ਸੀ, ਅਰਥਰਾਈਟਿਸ ਦਾ ਪੇਨ ਸੀ। ਆਪਰੇਸ਼ਨ ਤੋਂ ਬਾਅਦ ਕਿਉਂਕਿ ਅਰਥਰਾਈਟਿਸ ਚਲਾ ਗਿਆ, ਉਹਦੀ ਜਗ੍ਹਾ ਇੰਪਲਾਂਟ ਆ ਗਿਆ, ਲੱਤ ਸਿੱਧੀ ਹੋ ਗਈ, ਉਹ ਦਰਦ ਹੋਣਾ ਬੰਦ ਹੋ ਗਿਆ। ਅਰਥਰਾਈਟਿਸ ਵਾਲਾ ਪੇਨ ਜਿਸ ਟਾਈਮ ਤੇ ਆਪਰੇਸ਼ਨ ਥੀਏਟਰ ਤੋਂ ਮਰੀਜ਼ ਬਾਹਰ ਆਉਂਦਾ ਹੈ, ਉਹ ਵਾਲਾ ਪੇਨ ਉਹਦਾ ਖਤਮ ਹੋ ਜਾਂਦਾ ਹੈ। ਸਿਰਫ ਥੋੜਾ ਬਹੁਤ ਸਟਿਚਸ ਦਾ ਜਿਹੜਾ ਪੇਨ ਹੈ, ਜਿਹੜਾ ਕਿ ਰੀਜ਼ਨੇਬਲ ਪੇਨ ਹੈ, ਇੰਨਾ ਪੇਨ ਨਹੀਂ ਕਿ ਪੇਸ਼ੈਂਟ ਕੋਈ ਉਸ ਦੇ ਵਿੱਚ ਬਹੁਤ ਜ਼ਿਆਦਾ ਬੇਇੰਤਹਾ ਤੰਗ ਹੋ ਰਿਹਾ। ਰੀਜ਼ਨੇਬਲ ਪੇਨ ਹੈ, ਇਸੇ ਕਰਕੇ ਤਾਂ ਹੀ ਅਗਲੇ ਦਿਨ ਤੋਂ ਪੇਸ਼ੈਂਟ ਆਪਣੇ ਪੈਰਾਂ ਤੇ ਆਪ ਖੜਾ ਹੋ ਕੇ ਆਪ ਟਾਇਲਟ ਜਾਂਦਾ ਹੈ, ਫਿਜ਼ੀਓਥੈਰੇਪੀ ਪ੍ਰੋਟੋਕਾਲ ਨੂੰ ਫੋਲੋ ਕਰਦਾ ਹੈ ਤੇ ਬਹੁਤ ਇਨਕਰੇਜਡ ਫੀਲ ਕਰਦਾ ਹੈ ਕਿਉਂਕਿ ਜਿਹੜੀ ਐਕਸਰਸਾਈਜ਼ਸ ਦੇ ਵਿੱਚ ਪਹਿਲਾਂ ਉਹਨੂੰ ਮੁਸ਼ਕਿਲ ਆ ਰਹੀ ਸੀ, ਪਹਿਲਾਂ ਉਹਨੂੰ ਪੇਨ ਹੋ ਰਿਹਾ ਸੀ, ਉਹਨਾਂ ਦੇ ਵਿੱਚ ਉਹ ਆਰਥਰਾਈਟਿਸ ਵਾਲਾ ਪੇਨ ਹੁਣ ਨਹੀਂ। ਐਂਡ ਦੈਨ ਹੀ ਫੀਲਸ ਵੈਰੀ ਹੈਪੀ ਕਿ ਮੈਂ ਹੁਣ ਠੀਕ ਹੋ ਗਿਆ। ਪਹਿਲੇ ਦਿਨ ਦੇ ਵਿੱਚ ਇੱਕ ਜਿਹੜੀ ਪੋਜ਼ਿਟਿਵਿਟੀ ਪੇਸ਼ੈਂਟ ਦੇ ਵਿੱਚ ਆਉਂਦੀ ਹੈ, ਇੱਕ ਜਿਹੜਾ ਪੋਜ਼ਿਟਿਵ ਮਾਈਂਡਸੈਟ ਕ੍ਰੀਏਟ ਹੋ ਜਾਂਦਾ ਹੈ, ਉਹਦੇ ਨਾਲ ਰਿਕਵਰੀ ਹੋਰ ਵੀ ਕੁਇਕ ਹੁੰਦੀ ਹੈ। ਪੇਸ਼ੈਂਟ ਆਪ ਦਲੇਰ ਹੋ ਜਾਂਦਾ ਹੈ, ਉਹ ਕਹਿੰਦਾ ਕਿ ਹੁਣ ਮੈਂ ਠੀਕ ਹੋ ਗਿਆ, ਹੁਣ ਮੈਂ ਚੱਲਣਾ ਹੈ। ਜਦੋਂ ਆਪਣੇ ਪੈਰਾਂ ਤੇ ਇੰਨੇ ਸਾਲਾਂ ਬਾਅਦ ਭਾਰ ਦਿੰਦਾ ਹੈ ਤੇ ਦਰਦ ਨਹੀਂ ਹੁੰਦੀ ਆਰਥਰਾਈਟਿਸ ਵਾਲੀ, ਜਿਹੜਾ ਕਿ ਉਹਦਾ ਇੱਕ ਰਹਿਣ ਦਾ ਹਿੱਸਾ ਬਣ ਚੁੱਕਾ ਸੀ, ਉਹਦੀ ਜੀਣ ਦਾ ਇੱਕ ਹਿੱਸਾ ਬਣ ਚੁੱਕਾ ਸੀ। ਦੈਟ ਇਜ਼ ਵੈਰੀ ਇਨਕਰੇਜਿੰਗ। ਉਹ ਪੇਸ਼ੈਂਟ ਉਸ ਦੇ ਨਾਲ ਬਹੁਤ ਹੌਸਲਾ ਮਹਿਸੂਸ ਕਰਦਾ ਹੈ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਜੀ ਧੰਨਵਾਦ ਤੁਹਾਡਾ ਇੱਥੇ ਆਉਣ ਦਾ। ਮੈਂ ਡਾਕਟਰ ਤਨਵੀਰ ਸਿੰਘ ਭੁਟਾਨੀ, ਈਵਾ ਹਸਪੀਟਲ ਲੁਧਿਆਣਾ ਤੋਂ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਾਡੇ ਨਾਲ ਇਸ ਪ੍ਰੋਗਰਾਮ ਤੇ ਜੁੜਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਥੈਂਕ ਯੂ। ਸੋ ਜਿਵੇਂ ਕਿ ਤਨਵੀਰ ਸਿੰਘ ਭੁਟਾਨੀ ਜੀ ਨਾਲ ਗੱਲਬਾਤ ਕੀਤੀ ਹੈ, ਗੱਲਬਾਤ ਤੁਸੀਂ ਸੁਣ ਹੀ ਲਈ ਹੋਗੀ ਵੀ ਕਿਸ ਤਰੀਕੇ ਨਾਲ ਇਹਨਾਂ ਨੇ ਕਾਫੀ ਪੇਸ਼ੈਂਟਸ ਜਿਹੜੇ ਨੇ ਠੀਕ ਕੀਤੇ ਨੇ
ਅਤੇ ਖੁਸ਼ੀਆਂ ਵੀ ਦਿੱਤੀਆਂ ਨੇ। ਖੁਸ਼ੀਆਂ ਕਿਉਂ ਦਿੱਤੀਆਂ? ਕਿਉਂਕਿ ਮੈਂ ਦੱਸਿਆ ਹੀ ਸੀਗਾ ਵੀ ਲੋਕੀ ਵੀਲ ਚੇਅਰ ਤੇ ਆਉਂਦੇ ਆ ਤੇ ਭੰਗੜਾ ਪਾ ਕੇ ਇੱਥੋਂ ਵਾਪਸ ਜਾਂਦੇ ਆ। ਸੋ ਇਹ ਸੀਗੀ ਅੱਜ ਦੀ ਖਬਰ। ਵਧੇਰੀ ਖਬਰਾਂ ਨੇ ਜੁੜੇ ਰਹੋ ਡੇਲੀ ਪੋਸਟ ਦੇ ਨਾਲ। ਕੈਮਰਾ ਪਰਸਨ ਹਰਦੀਪ ਦੇ ਨਾਲ ਕੁਵਰਜੋਤ ਸਿੰਘ ਦੀ ਰਿਪੋਰਟ।